ਅਸੀਂ ਉਹ ਬਿਆਨ ਨਹੀਂ ਕਰ ਸਕਦੇ ਜੀ ਹੁਣ ਜਿਹੜਾ ਉਹ ਟਾਈਮ ਸੀ ਵੀ ਇੱਕ ਵਾਰੀ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਬੱਚੇ ਬਹੁਤ ਛੋਟੇ ਸੀ, ਇੱਕ ਬੇਟਾ ਸੀ ਇੱਕ ਬੇਟੀ ਸੀ, ਵੀ ਸਾਰਾ ਪਰਿਵਾਰ ਅਪਸੈਟ ਹੋ ਗਿਆ ਸੀ ਤੇ ਸਾਰੇ ਟਿਕਾਣੇ ਹਿੱਲ ਗਏ ਸੀ ਜੀ। ਮੈਨੂੰ ਕਹਿੰਦੇ ਭੈਣ ਗਾਣਾ ਸੁਣ ਕੇ ਜਾਇਓ ਜ਼ਰੂਰ, ਮੇਰੇ ਸਿਰ ਦਰਦ ਸੀ, ਉਹਨਾਂ ਦੀ ਪੀਤੀ ਹੋਈ ਸੀ। ਫਿਰ ਵੀ ਉਹ ਕਹਿੰਦੇ ਲਾਸਟ ਗਾਣਾ ਹੀ ਆ ਮੇਰਾ, ਮੈਂ ਤੜਕੇ ਨੂੰ ਨਹੀਂ ਹੋਣਾ। ਮੈਂ ਕਿਹਾ ਤੁਸੀਂ ਪੀਤੀ 'ਚ ਬੋਲ ਰਹੇ ਹੋ, ਪਰ ਮੈਨੂੰ ਪਤਾ ਨਹੀਂ ਸੀ ਵੀ ਸਵੇਰ ਨੂੰ ਜਮਾ ਹੀ ਨਹੀਂ ਹੋਣੇ। ਵੀ ਅਸੀਂ ਬਹੁਤ ਹੀ ਹਵਾਵਾਂ ਆਈਆਂ ਜੀ, ਬਹੁਤ ਝੱਲੇ ਅਸੀਂ ਬੱਚਿਆਂ ਪਿੱਛੇ। ਜਿਸ ਉਹਨਾਂ ਦੀ ਕਮੀ ਬਹੁਤ ਮਹਿਸੂਸ ਕਰ ਰਹੇ ਇਸ ਟਾਈਮ ਬਹੁਤ ਕਰ ਰਹੇ ਹਾਂ। ਉਹ ਇੱਕ ਬਹੁਤ ਸਿਆਣੇ ਤੇ ਸੁਲਝੇ ਇਨਸਾਨ ਸੀ ਜੀ। ਮੈਂ ਕਿਹਾ ਮੈਨੂੰ ਤੇ ਇਹਨਾਂ ਬਿਨਾਂ ਇੱਕ ਸਾਹ ਨਹੀਂ ਆਉਂਦਾ, ਸਾਹ ਵੀ ਮੈਂ ਇਹਨਾਂ ਰਾਹੀਂ ਲੈਂਦੇ ਸੀ, ਇਹ ਸਾਡੇ ਬਿਨਾਂ ਸਾਹ ਨਹੀਂ ਸੀ ਲੈਂਦੇ। ਜਿੱਥੇ ਅਸੀਂ ਜਾਣਾ ਸਾਰਿਆਂ ਨੇ ਇਕੱਠੇ ਹੀ ਜਾਣਾ। ਪਰ ਸਾਡਾ ਮਨ ਉਦੋਂ ਬਹੁਤ ਜ਼ਿਆਦਾ ਡਰ ਗਿਆ ਸੀ ਜੀ, ਕਿਉਂ ਅਸੀਂ ਬੱਚੇ ਬਹੁਤ ਛੋਟੇ ਸੀ। ਮੈਨੂੰ ਆਏ ਹੁੰਦਾ ਸੀ ਵੀ ਇਹ ਕੰਮ 'ਚ ਜੇ ਨਾ ਬੇਟਾ ਪਵੇ ਤਾਂ ਬਹੁਤ ਚੰਗੀ ਗੱਲ ਹੈ। ਬੰਦੇ ਨੂੰ ਕਿਤੇ ਵੀ ਅਗਲਾ ਕਹਿੰਦਾ ਵੀ ਅਸੀਂ ਪ੍ਰੋਗਰਾਮ ਲਵਾਉਣਾ ਹੈ ਨਾ, 1000 ਰੁਪਈਆ 2000 ਰੁਪਈਆ ਸਾਈ ਦੇ ਗਿਆ ਹੈ ਨਾ, ਕਿਤੇ ਵੀ ਭਾਣਾ ਬੀਤ ਜਾਂਦਾ, ਕੋਈ ਗੱਲਬਾਤ ਹੋ ਜਾਏ ਹੈ ਨਾ, ਕਿਤੇ ਗੋਲੀ ਵੀ ਚੱਲੀ, ਕਿਤੇ ਐਕਸੀਡੈਂਟ ਵੀ ਹੋਇਆ, ਵੀ ਮੈਨੂੰ ਆਏ ਸੀ ਵੀ ਜੇ ਬੱਚਾ ਕਿਤੇ ਬਾਹਰ ਜਾਊਗਾ ਤਾਂ ਵੀ ਸ਼ਾਇਦ ਕੋਈ ਗੱਲ ਨਾ ਹੋ ਜਾਏ, ਕੋਈ ਘਰ ਨਾ ਵੀ ਦੇ। ਵੀ ਮੇਰੇ ਕੋਲੇ ਕੁਝ ਵੀ ਨਹੀਂ ਸੀ ਉਸ ਟਾਈਮ, ਵੀ ਇਹੀ ਸੀ ਸਾਰਾ ਕੁਝ। ਉਸ ਦਿਨ ਹੀ ਕਹਿ ਰਹੇ ਸੀ ਮੈਂ ਰਹਿਣਾ ਨਹੀਂ ਤੇ ਮੇਰੇ ਬੱਚਿਆਂ ਨੂੰ ਤੁਸੀਂ ਸੰਭਾਲਣਾ ਜੀ। ਤੁਸੀਂ ਉਹ ਗੱਲ ਮੈਂ ਅੱਜ ਭੁੱਲ ਨਹੀਂ ਸਕਦੀ। ਬੱਚੇ ਛੋਟੇ ਸੀ ਜੀ, ਚਲੋ ਮਾਲਕ ਨੂੰ ਨਹੀਂ ਮਨਜ਼ੂਰ ਸੀ, ਜੇ ਰਹਿੰਦੇ ਤਾਂ ਦੁਨੀਆ ਤੀਕਰ ਪਤਾ ਨਹੀਂ ਅੱਜ ਨੂੰ ਅਸੀਂ ਵੀ ਕਿੱਥੇ ਬੈਠੇ ਹੁੰਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਿਨੇ ਪੰਜਾਬੀ ਤੇ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅੱਜ ਦੀ ਇਹ ਖਾਸ ਇੰਟਰਵਿਊ ਡੈਡੀਕੇਟ ਹੁੰਦੀ ਹੈ ਪੰਜਾਬੀ ਸੰਗੀਤ ਜਗਤ ਦੇ ਉਹ ਨਾਇਆਬ ਹੀਰੇ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਜ਼ਰੀਏ ਪੰਜਾਬੀ ਸੰਗੀਤ ਜਗਤ ਨੂੰ ਕਿਆ ਕਮਾਲ ਦੇ ਗੀਤ ਦਿੱਤੇ। ਅੱਜ ਉਹ ਸਾਡੇ ਵਿੱਚ ਘਰ ਬੇਸ਼ੱਕ ਮੌਜੂਦ ਨਹੀਂ ਹੈ, ਲੇਕਿਨ ਆਪਣੇ ਗੀਤਾਂ ਦੇ ਜ਼ਰੀਏ, ਆਪਣੀ ਆਵਾਜ਼ ਦੇ ਜ਼ਰੀਏ ਹਮੇਸ਼ਾ ਦੇ ਲਈ ਅਮਰ ਹੋ ਚੁੱਕੇ ਨੇ। ਉਹ ਨਹੀਂ ਹੈ, ਲੇਕਿਨ ਉਹਨਾਂ ਦੇ ਹਮਸਫਰ ਸਾਡੇ ਨਾਲ ਨੇ, ਯਾਨੀ ਕਿ ਅੱਜ ਅਸੀਂ ਉਹਨਾਂ ਦੀ ਪਤਨੀ ਦੇ ਨਾਲ, ਔਰ ਜਿਨ੍ਹਾਂ ਨੇ ਉਹਨਾਂ 'ਤੇ ਜਾਣ ਤੋਂ ਬਾਅਦ ਉਹਨਾਂ ਦਾ ਸਾਥ ਦਿੱਤਾ, ਜਾਂ ਕਹਿ ਸਕਦੇ ਹਾਂ ਕਿ ਬਾਂਹ ਬਣੇ, ਜਾਂ ਕਹਿ ਸਕਦੇ ਹਾਂ ਕਿ ਰੱਬ ਨੇ ਇੱਕ ਹੋਰ ਜ਼ਰੀਆ ਜਿਹੜਾ ਹੈ ਉਸ ਨੂੰ ਜਨਮ ਦਿੱਤਾ। ਸੋ ਮੈਂ ਤੁਹਾਨੂੰ ਜ਼ਰੂਰ ਮਿਲਵਾਉਣ ਚਾਹਾਂਗੀ ਉਹਨਾਂ ਦੀ ਧਰਮ ਪਤਨੀ ਜੀ ਦੇ ਨਾਲ, ਐਂਡ ਉਹਨਾਂ ਦੇ ਨੇਬਰਸ, ਯਾਨੀ ਕਿ ਉਹਨਾਂ ਦੀ ਫੈਮਿਲੀ ਹੀ ਆਪਾਂ ਕਹਿ ਸਕਦੇ ਹਾਂ ਹੈਗੇ ਨੇ। ਦੋਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਮ ਤੁਹਾਡੇ ਨਾਲ ਮਤਲਬ ਅੱਜ ਦੇ ਅਹਿਸਾਸ ਬਾਰੇ ਗੱਲ ਕਰਨਾ ਚਾਹਾਂਗੀ। ਅੱਜ ਜ਼ਿੰਦਗੀ ਕੀ ਹੈ, ਤੁਸੀਂ ਜ਼ਿੰਦਗੀ ਨੂੰ ਕਿਵੇਂ ਮਹਿਸੂਸ ਕਰਦੇ ਹੋ? ਜ਼ਿੰਦਗੀ ਤਾਂ ਇਸ ਟਾਈਮ ਜਿਹੜਾ ਹੁਣ ਟਾਈਮ ਚੱਲ ਰਿਹਾ ਜੀ, ਉਹਦਾ ਮਾਲਕ ਨੇ ਵੀ ਬਹੁਤ ਵਧੀਆ ਟਾਈਮ ਹੈ ਹੁਣ ਇਸ ਟਾਈਮ। ਅਤੇ ਜਿਹੜਾ ਇਦੋਂ ਪਹਿਲਾਂ ਸੀ 22 ਸਾਲ, ਵੀ ਫਿਰ ਅਸੀਂ ਉਹ ਬਿਆਨ ਨਹੀਂ ਕਰ ਸਕਦੇ ਜੀ ਹੁਣ ਜਿਹੜਾ ਉਹ ਟਾਈਮ ਸੀ। ਵੀ ਇੱਕ ਵਾਰੀ ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਬੱਚੇ ਬਹੁਤ ਛੋਟੇ ਸੀ, ਇੱਕ ਬੇਟਾ ਸੀ ਇੱਕ ਬੇਟੀ ਸੀ, ਵੀ ਸਾਰਾ ਪਰਿਵਾਰ ਅਪਸੈਟ ਹੋ ਗਿਆ ਸੀ ਅਤੇ ਸਾਰੇ ਟਿਕਾਣੇ ਹਿੱਲ ਗਏ ਸੀ ਜੀ। ਅਤੇ ਬਸ ਵੀ ਐਂ ਕਹਿੰਦੇ ਵੀ ਸ਼ਾਬਾਸ਼, ਜਿਹੜੇ ਸਾਡੇ ਭੈਣ ਭਰਾ ਇਹ ਜੁੜੇ ਵੀ ਸੀ ਸਾਡੇ ਨਾਲ, 2-3 ਫੈਮਲੀਆਂ ਜੁੜੀਆਂ ਹੋਈਆਂ ਸੀ, ਬਹੁਤ ਸਾਥ ਦਿੱਤਾ ਜੀ। ਅੱਜ ਬੱਚੇ ਵੱਡੇ ਹੋ ਗਏ, ਵਿਆਹ ਹੋ ਗਏ, ਆਪਦੇ ਕੰਮਾਂ 'ਤੇ ਸੈੱਟ ਹੋ ਗਏ ਜੀ। ਤਾਂ ਅਸੀਂ ਬਹੁਤ ਇਹਨਾਂ ਦਾ ਧੰਨਵਾਦ, ਸ਼ੁਕਰਗੁਜ਼ਾਰ ਹਾਂ। ਅੱਜ ਜੋ ਵੀ ਕੁਛ ਹੈ ਜੀ, ਅਸੀਂ ਰਾਮਪੁਰੇ ਦੇ ਵਿੱਚ 2-3 ਫੈਮਲੀਆਂ ਦੀ ਬਦੌਲਤ ਅੱਜ ਅਸੀਂ ਇੱਥੇ ਬੈਠੇ ਹਾਂ ਜੀ। ਜਿਨ੍ਹਾਂ ਵਿੱਚੋਂ ਇੱਕ ਪਰਿਵਾਰ ਹੈ, ਮੈਂ ਤੁਹਾਡੀ ਉਹਨਾਂ ਨਾਲ ਹੁਣੇ ਹੀ ਮਤਲਬ ਉਹ ਸਾਡੇ ਨਾਲ ਗੱਲਬਾਤ ਕਰਨਗੇ, ਉਹ ਭਾਵੁਕ ਵੀ ਹੋ ਰਹੇ ਨੇ। ਔਰ ਮੈਨੂੰ ਲੱਗਦਾ ਹੈ ਕਿ ਜਦੋਂ ਪਰਮਾਤਮਾ ਇੱਕ ਚੀਜ਼ ਲੈਂਦਾ ਨਾ ਤੇ ਦੂਸਰੀ ਦਿੰਦਾ ਹੈ। ਹਾਲਾਂਕਿ ਗਏ ਬੰਦੇ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ, ਲੇਕਿਨ ਰੱਬ ਦਾ ਉਹ ਜ਼ਰੀਆ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਬਾਂਹ ਬਣ ਕੇ ਸਾਡੇ ਨਾਲ ਮੋਢਾ ਜੋੜ ਕੇ ਹਿੰਮਤ ਬਣਦਾ। ਸੋ ਇਹ ਹਿੰਮਤ ਬਣੇ ਨੇ ਮੈਮ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਇਹਨਾਂ 22 ਸਾਲਾਂ ਦੇ ਵਿੱਚ ਤੁਸੀਂ ਇੱਕ ਪਰਿਵਾਰ ਬਣ ਗਏ। ਇਹਨਾਂ 22 ਸਾਲਾਂ ਦੇ ਵਿੱਚ ਇਹਨਾਂ ਦਾ ਦਰਦ ਤੁਸੀਂ ਵੀ ਮਹਿਸੂਸ ਕੀਤਾ, ਹੁਣ ਵੀ ਤੁਸੀਂ ਭਾਵੁਕ ਹੋ ਰਹੇ ਹੋ। ਤੁਹਾਡੇ ਜ਼ਿਹਨ ਦੇ ਵਿੱਚ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇਸ ਵਕਤ? ਤੁਸੀਂ ਭਾਵੁਕ ਹੋ ਰਹੇ ਹੋ ਕਿਉਂਕਿ ਜਿਸ ਉਹਨਾਂ ਦੀ ਕਮੀ ਬਹੁਤ ਮਹਿਸੂਸ ਕਰ ਰਹੇ ਹਾਂ ਇਸ ਟਾਈਮ, ਬਹੁਤ ਕਰ ਰਹੇ ਹਾਂ ਜੀ। ਉਹ ਇੱਕ ਬਹੁਤ ਸਿਆਣੇ ਤੇ ਸੁਲਝੇ ਇਨਸਾਨ ਸੀ ਜੀ, ਬਹੁਤ ਖੁਸ਼ ਦਿਲ ਦੇ ਸੀ, ਬਹੁਤ ਹੌਸਲੇਬੰਦ ਇਨਸਾਨ ਸੀ। ਅਸੀਂ ਉਹਨਾਂ ਨੂੰ ਮਹਿਸੂਸ ਇਸ ਤਰ੍ਹਾਂ ਹੀ ਕਰ ਰਹੇ ਹਾਂ ਵੀ ਜਿਵੇਂ ਉਹ ਸਾਡੇ ਭਰਾ ਬਣਾਏ ਹੋਏ ਸੀ। ਅਸੀਂ ਭੈਣ ਦੇ ਤੌਰ 'ਤੇ ਉਹਨਾਂ ਨੂੰ ਰੱਖੜੀ ਬੰਨ੍ਹਦੇ ਸੀ। ਉਸ ਤੋਂ ਬਾਅਦ ਕੁਛ
ਮੈਨੂੰ ਲੱਗਦਾ ਰਿਸ਼ਤਿਆਂ ਦੀ ਕਮੀ ਕਦੇ ਕੋਈ ਪੂਰੀ ਨਹੀਂ ਕਰ ਸਕਦਾ, ਪਰ ਤੁਸੀਂ ਇੱਕ ਦੂਜੇ ਦੀ ਹਿੰਮਤ ਬਣ ਕੇ ਇਹ ਸਮਾਂ ਕੱਢਿਆ। ਅੱਜ ਨਵਦੀਪ ਵੱਡੇ ਹੋ ਗਏ ਨੇ, ਅਸੀਂ ਦੇਖ ਰਹੇ ਹਾਂ ਕਿ ਇੱਕ ਜੋ ਕ੍ਰੈਡਿਟ ਪ੍ਰੋਪਰ ਮਿਲਣਾ ਚਾਹੀਦਾ ਉਹ ਵੀ ਨਹੀਂ ਮਿਲ ਪਾ ਰਿਹਾ ਕਿਤੇ ਨਾ ਕਿਤੇ, ਹੈ ਨਾ। ਇੱਕ ਮਾਂ ਦੇ ਲਈ ਪਿਓ ਵੀ ਬਣਨਾ ਤੇ ਮਾਂ ਵੀ ਬਣਨਾ ਬਹੁਤ ਔਖਾ ਹੁੰਦਾ ਹੈ। ਇਸ ਪੂਰੀ ਜ਼ਿੰਦਗੀ ਦੇ ਸਫ਼ਰ ਨੂੰ ਮੈਮ ਤੁਸੀਂ ਕਿਸ ਤਰੀਕੇ ਕੱਲਾ ਕੱਢਿਆ ਹੈ? ਮੈਂ ਬੱਚਿਆਂ ਦੀ ਵੀ ਜੇ ਗੱਲ ਕਰਨੀ ਚਾਹਾਂ, ਜਾਂ ਮੈਂ ਇਹ ਵੀ ਜਾਣਨਾ ਚਾਹਾਂ ਕਿ ਮੇਜਰ ਜੀ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਕੀ ਉਹ ਪੂਰੀ ਜ਼ਿੰਦਗੀ ਨੂੰ ਸੈਟਲ ਕਰ ਚੁੱਕੇ ਸੀ ਉਦੋਂ ਤੱਕ, ਤੁਹਾਨੂੰ ਬਾਅਦ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਤੇ ਕਮੀਆਂ ਦੇਖਣੀਆਂ ਪਈਆਂ? ਨਹੀਂ ਜੀ ਦੇਖੋ, ਉਹ ਜਦੋਂ ਜਿੰਦੇ ਸੀ 4-5 ਸਾਲਾਂ 'ਚ ਵੀ ਉਹਨਾਂ ਨੇ ਸਾਡੇ ਵਾਸਤੇ ਸਾਰਾ ਕੁਝ ਹੀ ਬਣਾਤਾ ਸੀ ਜੀ। ਵੀ ਐਵੇਂ ਮਾਲਕ ਨੇ ਗਾਇਕੀ ਦੀ ਉਹਨਾਂ ਦੀ ਬਾਂਹ ਫੜੀ ਜਦੋਂ ਉਹਨਾਂ ਨੇ ਗਾਇਕੀ ਸ਼ੁਰੂ ਕੀਤੀ। ਪਹਿਲਾਂ ਖੇਤੀਬਾੜੀ ਕਰਦੇ ਸੀ, ਕਿਸਾਨ ਸੀਗੇ, ਬਹੁਤ ਵਧੀਆ ਜ਼ਮੀਨ ਜਾਇਦਾਦ ਸੀ ਜਦੋਂ ਅਸੀਂ ਰਾਜਸਥਾਨ 'ਚ ਰਹਿੰਦੇ ਸੀ। ਚਲੋ ਜੀ, ਫਿਰ ਉਹ ਕਹਿੰਦੇ ਵੀ ਸਾਨੂੰ ਸ਼ੌਂਕ ਹੈ, ਅਸੀਂ ਇੱਕ ਵਾਰੀ ਗਾਇਕੀ ਕਰਕੇ ਦੇਖਣੀ ਹੈ। ਸਾਰੇ ਪਰਿਵਾਰ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ, ਠੀਕ ਹੈ, ਵੀ ਜਿਹੜਾ ਕੰਮ ਤੁਸੀਂ ਕਰਨਾ ਚਾਹੁੰਦੇ ਕਰੋ। ਚਲੋ ਜੀ, ਆ ਗਏ ਉੱਥੋਂ ਪਿੰਡ ਛੱਡ ਕੇ। ਸਾਲ 1.5 ਸਾਲ ਬਹੁਤ ਵੀ ਉਹਨਾਂ ਨੇ ਆਪਦੇ ਸੰਘਰਸ਼ ਕੀਤਾ ਜੀ ਗਾਇਕੀ ਬਾਰੇ। ਚਲੋ ਜੀ, ਮਾਲਕ ਨੇ ਸਾਥ ਦਿੱਤਾ, ਕੁਛ ਬੰਦੇ ਇਹੋ ਜਿਹੇ ਮਿਲ ਗਏ ਜੀ, ਉਹਨਾਂ ਨੇ ਸਾਥ ਦਿੱਤਾ। ਵੀ ਸਾਰਾ ਕੁਛ ਪਰਮਾਤਮਾ ਵੀ ਆਪਾਂ ਕਹਿ ਸਕਦੇ ਹਾਂ ਵੀ ਕੁਛ ਬੰਦੇ ਦਾ ਵੀ ਸਾਥ ਹੁੰਦਾ ਹੈ ਨਾ, ਪੈਸੇ ਦਾ ਵੀ ਸਾਥ ਹੁੰਦਾ, ਵੀ ਸਾਰੇ ਪੱਖੋਂ ਹੀ ਵੀ ਸਾਰਾ ਕੁਛ ਵਧੀਆ ਹੋ ਗਿਆ ਜੀ। ਸਾਲ 1.5 ਸਾਲ 'ਚ ਵੀ ਮਾਲਕ ਨੇ ਐਸੀ ਬਾਂਹ ਫੜੀ ਵੀ ਪੂਰੇ ਤੂਤੀ ਬੋਲ ਗਈ। ਹਾਂਜੀ, ਤਾਂ ਬਸ ਵੀ ਉਹਨਾਂ ਨੇ ਫਿਰ ਸਾਡੇ ਵਾਸਤੇ ਮਕਾਨ ਵੀ ਲਿਆ, ਇੱਥੇ ਜ਼ਮੀਨ ਜਾਇਦਾਦ ਵੀ ਬਣਾਈ। ਬੱਚੇ ਛੋਟੇ ਸੀ ਜੀ, ਚਲੋ ਮਾਲਕ ਨੂੰ ਨਹੀਂ ਮਨਜ਼ੂਰ ਸੀ, ਜੇ ਰਹਿੰਦੇ ਤਾਂ ਦੁਨੀਆ ਤੀਕਰ ਪਤਾ ਨਹੀਂ ਅੱਜ ਨੂੰ ਅਸੀਂ ਵੀ ਕਿੱਥੇ ਬੈਠੇ ਹੁੰਦੇ, ਹੈ ਨਾ। ਵੀ ਸੋਚਦੇ ਹਾਂ ਵੈਸੇ ਤਾਂ, ਤੇ ਪਰ ਉਹ ਜਿਵੇਂ ਮਾਲਕ ਨੂੰ ਮਨਜ਼ੂਰ ਹੈ ਹੋਣੀ ਉਵੇਂ ਆ ਜੀ, ਹੈ ਨਾ। ਉਹਦੇ ਹੁਕਮ ਤੋਂ ਬਗੈਰ ਪਤਾ ਨਹੀਂ ਝੂਲਦਾ। ਅਸੀਂ ਫਿਰ ਵੀ ਕਹਿੰਦੇ ਹਾਂ ਵੀ ਚਲੋ ਉਹ ਸਾਨੂੰ ਛੱਡ ਗਏ ਸੀ, ਹੈ ਨਾ। ਫਿਰ ਸਾਨੂੰ ਜਿਨ੍ਹਾਂ ਬੰਦਿਆਂ ਨੇ ਰੱਬ ਵਸਿਆ ਅਤੇ ਸਾਡੇ ਸਿਰ 'ਤੇ ਹੱਥ ਧਰਿਆ, ਸਾਡੇ ਬੱਚਿਆਂ 'ਤੇ ਧਰਿਆ, ਵੀ ਉਹ ਕਮੀ ਤਾਂ ਕੋਈ ਪੂਰੀ ਨਹੀਂ ਕਰ ਸਕਦਾ ਜੀ। ਕੋਈ ਆਪਦਾ ਮਾਂ ਬਾਪ, ਕੋਈ ਆਪਦਾ ਭੈਣ ਭਰਾ, ਪਰ ਵੀ ਜਿਹੜਾ ਇਹ ਪਰਿਵਾਰ ਸੀ ਜੀ, ਸਾਡੇ ਵੀਰ ਜੀ ਸੀ, ਹੁਣ ਉਹ ਵੀ ਹੈ ਨਹੀਂ, 3 ਸਾਲ ਹੋ ਗਏ ਚਲੇ ਗਏ ਹੈ ਨਾ ਦੁਨੀਆ ਤੋਂ। ਵੀ ਉਹਨਾਂ ਨੇ ਸਾਡੇ ਬੱਚਿਆਂ ਨੂੰ ਵੀ ਕਦੇ ਵੀ ਗੱਲ ਮੂੰਹ 'ਚੋਂ ਡਿੱਗਣ ਨਹੀਂ ਦਿੱਤੀ ਸੀ, ਵੀ ਉਹਨਾਂ ਨੇ ਪੂਰੀ ਕਰਨੀ ਸੀ। ਕਹਿੰਦੇ ਸੀ ਕੀ ਤੋਂ ਮੰਗਣ, ਆਪਾਂ ਤੋਂ ਹੀ ਮੰਗਣਾ। ਅਸੀਂ ਅਜੇ ਕਹਿੰਦੇ ਸੀ ਨਹੀਂ ਵੀਰ ਜੀ, ਇਹ ਛੋਟੇ ਹੈ, ਵੀ ਆਪਾਂ ਨਹੀਂ ਇਹਨਾਂ ਨੂੰ ਕੋਈ ਚੀਜ਼ ਮੰਗਦੇ, ਤਾਂ ਵੀ ਜਿੱਦ ਬੱਚਾ ਕਰਦੇ ਹੀ, ਛੋਟਾ ਬੱਚਾ ਜਿੱਦ ਕਰਦੇ ਜੀ। ਉਹ ਕਹਿੰਦੇ ਸੀ ਨਹੀਂ ਜੀ, ਵੀ ਮੇਰੇ ਵਾਸਤੇ ਸਾਰਾ ਕੁਛ ਇਹ ਹੈ। ਦੋਨੇ ਭੈਣ ਭਰਾ, ਗੁੜੀਆ ਛੋਟੀ ਸੀ, ਬੇਟਾ ਵੱਡਾ ਸੀ। ਵੀ ਅਸੀਂ ਬਹੁਤ ਹੀ ਹਵਾਵਾਂ ਆਈਆਂ ਜੀ, ਬਹੁਤ ਝਾਲਾਂ ਝੱਲੇ ਅਸੀਂ ਬੱਚਿਆਂ ਪਿੱਛੇ, ਅਤੇ ਬਸ ਮਾਲਕ ਨੇ ਵੀ ਸਾਨੂੰ ਇਸ ਟਾਈਮ ਅੱਜ ਵੀ ਕੋਈ ਕਮੀ ਨਹੀਂ। ਬੇਟੀ ਵਿਆਹੀ ਹੈ ਜੀ, ਬਹੁਤ ਵਧੀਆ ਪਰਿਵਾਰ ਹੈ। ਬੇਟਾ ਵਿਆਹਿਆ, ਉਹ ਵੀ ਬਹੁਤ ਵਧੀਆ ਪਰਿਵਾਰ ਹੈ। ਦੋਨਾਂ ਕੋਲੇ ਬੇਟੇ ਹੈ ਜੀ, ਗੁੜੀਆ ਕੋਲੇ ਵੀ, ਕਾਕੇ ਕੋਲੇ ਵੀ। ਵੀ ਅੱਜ ਸਾਨੂੰ ਮਾਲਕ ਨੇ ਇੱਕ ਇਹਨਾਂ ਦੀ ਬਦੌਲਤ, ਇੱਕ ਪਿੱਥੋਂ ਸਾਡਾ ਪਰਿਵਾਰ ਹੈ ਜੀ, ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ। ਉਹ ਸਾਡੇ ਪਰਿਵਾਰ ਵਾਂਗੂ ਹੈ। ਸਾਡੇ ਬਾਈ ਜੀ ਸੀਗੇ, ਹੁਣ ਉਹ ਵੀ ਨਹੀਂ ਦੁਨੀਆ 'ਤੇ ਜੀ, 1 ਸਾਲ ਹੋ ਗਿਆ, ਉਹ ਵੀ ਚਲੇ ਗਏ। ਵੀ ਜਿਹੜਾ ਬੰਦਾ ਸਾਡਾ ਸਹਾਰਾ ਸੀ ਜੀ, ਤਾਂ ਪਤਾ ਨਹੀਂ ਉਹ ਮਾਲਕ ਨੂੰ ਕਿਉਂ ਵੀ ਸਾਰਿਆਂ ਨੂੰ ਮਾਲਕ ਨੇ ਆਪਦੇ ਕੋਲੇ ਬੁਲਾ ਲਿਆ। ਵੀ ਸਾਡੇ ਨਾਲੋਂ ਜ਼ਿਆਦਾ ਲੋੜ ਸੀ ਮਾਲਕ ਨੂੰ ਉਹਨਾਂ ਦੀ, ਅਤੇ ਪਰ ਉਹ 22 ਸਾਲਾਂ 'ਚ ਆਏ ਸੀ ਜੀ, ਵੀ ਸਾਰਾ ਕੁਛ ਬਣ ਗਿਆ ਸੀ, ਘਰ ਬਾਰ ਜ਼ਮੀਨ ਜਾਇਦਾਦ। ਵੀ ਅੱਜ ਅਸੀਂ ਆਪਦੇ ਘਰੇ ਪੂਰੇ ਸੈੱਟ ਹਾਂ ਜੀ। ਬੱਚੇ ਕੰਮ ਲਾਤੇ ਜੀ, ਬੱਚਿਆਂ ਨੇ ਹੈ ਨਾ ਬਾਂਹ ਫੜੀ, ਮਾਲਕ ਨੇ ਬਹੁਤ ਸੈੱਟ ਹੈ ਜੀ, ਸਾਰਾ ਕੁਛ ਬਹੁਤ ਵਧੀਆ ਜੀ। ਤੁਸੀਂ ਕਿਹਾ ਕਿ ਭੈਣ ਬਣਾਇਆ ਹੋਇਆ ਸੀ, ਹੈ ਨਾ। ਕਿਸ ਤਰ੍ਹਾਂ ਭੈਣ ਭਰਾ ਇੱਕ ਦੂਜੇ ਦੇ ਨਾਲ ਦੁੱਖ ਸੁੱਖ ਵੰਡਦੇ ਸੀ? ਕਿਸ ਤਰ੍ਹਾਂ ਭੈਣ ਆਪਣੇ ਭਰਾ 'ਤੇ ਹੱਕ ਜਤਾਉਂਦੀ ਸੀ? ਕਿਸ ਤਰ੍ਹਾਂ ਭਰਾ ਭੱਜਿਆ ਹੁੰਦਾ ਸੀ? ਬਹੁਤ ਹੱਕ ਜਤਾਉਂਦੀ ਸੀ। ਉਹਨਾਂ ਦੀ ਕੈਸਟ ਲਾਸਟ ਆਈ ਸੀ, ਚੰਦਰੀ ਬੁਲਾਉਣੋਂ ਹਟ ਗਈ। ਉਸ ਰਾਤ ਅਸੀਂ 12 ਵਜੇ ਤੱਕ ਇਹਨਾਂ ਦੇ ਘਰ ਬੈਠੇ ਰਹੇ। ਮੈਨੂੰ ਕਹਿੰਦੇ ਭੈਣ ਗਾਣਾ ਸੁਣ ਕੇ ਜਾਇਓ ਜ਼ਰੂਰ, ਮੇਰੇ ਸਿਰ ਦਰਦ ਸੀ, ਉਹਨਾਂ ਦੀ ਪੀਤੀ ਹੋਈ ਸੀ। ਫਿਰ ਵੀ ਉਹ ਕਹਿੰਦੇ ਲਾਸਟ ਗਾਣਾ ਹੀ ਆ ਮੇਰਾ, ਮੈਂ ਤੜਕੇ ਨੂੰ ਨਹੀਂ ਹੋਣਾ। ਮੈਂ ਕਿਹਾ ਤੁਸੀਂ ਪੀਤੀ 'ਚ ਬੋਲ ਰਹੇ ਹੋ, ਪਰ ਮੈਨੂੰ ਪਤਾ ਨਹੀਂ ਸੀ ਵੀ ਸਵੇਰ ਨੂੰ ਜਮਾ ਹੀ ਨਹੀਂ ਹੋਣੇ। ਉਹ ਸੱਚੀ ਕਹਿ ਰਹੇ ਸੀ। ਸਾਨੂੰ ਸੁਬਾਹ 7 ਵਜੇ ਪਤਾ ਲੱਗਿਆ। ਮੈਂ ਉਹੀ ਕਹਿਣ ਲੱਗੀ ਸੀ ਕਿ ਵੀ ਗੱਲ ਚੱਲ ਰਹੀ ਹੈ ਜਦੋਂ ਦੇ ਆਪਾਂ ਆਏ ਹੋਏ ਹਾਂ, ਕਿ ਜੋ ਕਹਿੰਦੇ ਸੀ ਉਹਨਾਂ ਦੀ ਕਈਆਂ ਬੜੀਆਂ ਸੱਚੀਆਂ ਹੋਈਆਂ, ਹੈ ਨਾ। ਸੋ ਆਪਣੀ ਆਹ ਗੱਲ ਵੀ ਉਹ ਜੀ ਮਨ ਸੱਚਾ ਸੀ ਜੀ, ਆਵਾਜ਼ ਉਹਨਾਂ ਦੀ ਸੱਚੀ ਸੀ, ਫੱਕਰ ਬੰਦੇ ਸੀ ਜੀ, ਮਾਨ ਨਹੀਂ ਸੀ ਜੀ ਉਹਨਾਂ ਨੂੰ ਪੈਸੇ ਦਾ ਜਮਾ। ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿ ਕੁਛ ਰਿਸ਼ਤੇ
ਅਸੀਂ ਬਣਾਉਂਦੇ ਆ, ਕੁਝ ਪਰਮਾਤਮਾ ਵੱਲੋਂ ਬਣ ਕੇ ਆਉਂਦੇ ਹੈ ਨਾ। ਇਹ ਰਿਸ਼ਤਾ ਤੁਸੀਂ ਬਣਾਇਆ, ਤੁਹਾਡੇ ਅੰਦਰ ਦੇ ਪਿਆਰ ਨੇ ਬਣਾਇਆ। ਕਿਸ ਤਰ੍ਹਾਂ ਜਦੋਂ ਭੈਣ ਭਰਾ ਦਾ ਰਿਸ਼ਤਾ ਬਣਿਆ ਤੁਹਾਡਾ ਹੈ ਨਾ, ਉਦੋਂ ਕੀ ਉਹਨਾਂ ਦੀ ਗੁੱਡੀ ਅਸਮਾਨੀ ਚੜ੍ਹ ਰਹੀ ਸੀ ਜਾਂ ਉਦੋਂ ਸਟਰਗਲਿੰਗ ਪੀਰੀਅਡ ਸੀ? ਮੈਂ ਜਾਣਨਾ ਚਾਹਾਂਗੀ। ਉਹਨਾਂ ਦੀ ਗੁੱਡੀ ਚੜੀ ਹੋਈ ਸੀ ਜੀ। ਅੱਛਾ ਜੀ। ਅਸੀਂ ਬਾਣੀਆਂ ਸੀ, ਉਹ ਜ਼ਿਮੀਂਦਾਰ ਸੀ। ਸਾਨੂੰ ਲੋਕ ਕਹਿੰਦੇ ਤੁਹਾਡਾ ਕਿਵੇਂ ਪਿਆਰ ਬਣਿਆ ਵਾ। ਮੈਂ ਕਿਹਾ ਮੈਨੂੰ ਤੇ ਇਹਨਾਂ ਬਿਨਾਂ ਇੱਕ ਸਾਹ ਨਹੀਂ ਆਉਂਦਾ, ਸਾਹ ਵੀ ਮੈਂ ਇਹਨਾਂ ਰਾਹੀਂ ਲੈਂਦੇ ਸੀ, ਇਹ ਸਾਡੇ ਬਿਨਾਂ ਸਾਹ ਨਹੀਂ ਸੀ ਲੈਂਦੇ। ਜਿੱਥੇ ਅਸੀਂ ਜਾਣਾ ਸਾਰਿਆਂ ਨੇ ਇਕੱਠੇ ਹੀ ਜਾਣਾ। ਉਹ ਚਲੇ ਗਏ ਸੀ, ਉਸ ਤੋਂ ਬਾਅਦ ਅਸੀਂ ਦੋਨੇ ਭੈਣਾਂ ਜਾਂਦੀਆਂ ਸੀ। 23 ਸਾਲ ਅਸੀਂ ਇਕੱਠੇ ਗਏ, ਇਕੱਠੇ ਆਏ ਜੀ। ਇੱਕ ਚੁੱਲ੍ਹੇ 'ਤੇ ਦਾਲ ਰਿੱਝਦੀ ਸੀ ਸਾਡੇ ਦੋਨਾਂ ਘਰਾਂ ਦੀ ਜੀ। ਸੋ ਜਦੋਂ ਕਿਤੇ ਜਾਂਦੇ ਸੀ, ਬਾਹਰ ਕਿਤੇ ਜਾਂਦੇ ਸੀ, ਕੋਈ ਵਾਕਿਆ ਇੱਦਾਂ ਦਾ ਵੀ ਸੀਗਾ ਵੀ ਲੋਕ ਕਹਿੰਦੇ ਵੀ ਤੁਸੀਂ ਤਾਂ ਉਹਨਾਂ ਦੇ ਭੈਣ ਹੋ, ਸਾਨੂੰ ਇੱਕ ਵਾਰ ਮਿਲਾ ਹੀ ਦਿਓ, ਸਾਡੀ ਇੱਕ ਵਾਰ ਉਹਨਾਂ ਨਾਲ ਮੁਲਾਕਾਤ ਹੀ ਕਰਵਾ ਦਿਓ, ਇਸ ਤਰ੍ਹਾਂ ਦੇ ਕਿੱਸੇ ਵੀ ਹੋਏ ਨੇ? ਨਹੀਂ ਜੀ, ਇੱਦਾਂ ਤਾਂ ਨਹੀਂ ਕੋਈ ਹੋਇਆ। ਮਤਲਬ ਜਿਹੜੇ ਚਲੇ ਜਾਂਦੇ ਉਹਨਾਂ ਨੂੰ ਤਾਂ ਕੋਈ ਮਿਲਾਉਣ ਵਾਲਾ ਮਿਲਿਆ ਹੀ ਨਹੀਂ ਜੀ ਅੱਜ ਤੱਕ। ਜਦੋਂ ਇੱਕ ਅੱਛੇ ਵੱਡੇ ਗਾਇਕ ਕਲਾਕਾਰ ਸੀਗੇ, ਲੋਕਾਂ ਨੂੰ ਪਤਾ ਸੀ ਨਾ ਭੈਣ ਹੈ, ਤੇ ਆ ਕੇ ਕਹਿੰਦੇ ਵੀ ਤੇਰਾ ਤਾਂ ਭਰਾ ਆ, ਇੱਕ ਵਾਰ ਸਾਨੂੰ ਵੀ ਮਿਲਵਾ ਦੇ ਉਹਨਾਂ ਨਾਲ। ਸਾਡੇ ਪਰਿਵਾਰ 'ਚ ਜਾਂਦੇ ਸੀ ਜੀ ਵਿਆਹ ਸ਼ਾਦੀ। ਅੱਛਾ ਜੀ। ਹਾਂਜੀ, ਕੀ ਬਾਤ ਹੈ। ਸਾਰੇ ਪਰਿਵਾਰ ਜਾਂਦੇ ਸੀ, ਪੂਰਾ ਪਰਿਵਾਰ ਵਾਂਗੂ ਰਹਿੰਦੇ। ਅਸੀਂ ਇਹਨਾਂ ਦੇ ਪਰਿਵਾਰ 'ਚ ਜਾਂਦੇ ਸੀ, ਉਹ ਸਾਡੇ ਪਰਿਵਾਰ 'ਚ ਜਾਂਦੇ ਸੀ ਜੀ। ਮੇਰੀ ਭਤੀਜੀ ਦੇ ਵਿਆਹ ਵੇਲੇ ਗਏ ਜੀ, ਸਾਰੇ ਪੈਸੇ ਉੱਥੇ ਪਹਿਲਾਂ ਆਰਕੈਸਟਰਾ ਨੂੰ ਉਡਾਤੇ। ਸ਼ਗਨ ਦੇਣ ਵੇਲੇ ਕਹਿੰਦੇ ਭੈਣ ਹਾਂ ਪੈਸੇ ਦੇਈ, ਮੈਂ ਸ਼ਗਨ ਦੇਣਾ ਜੀ। ਇੱਦਾਂ ਦੇ ਬੰਦੇ ਸੀ। ਜੀ। ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਜਦੋਂ ਸਭ ਕੁਝ ਵਧੀਆ ਚੱਲ ਰਿਹਾ ਸੀ, ਜਦੋਂ ਅੱਛਾ ਇੱਕ ਫੇਮ ਸੀਗਾ ਹੈ ਨਾ, ਲੋਕੀ ਤਾਰੀਫ ਵੀ ਕਰਦੇ ਹੋਣੇ ਆ, ਉਸ ਟਾਈਮ ਦੇ ਉੱਤੇ ਜਦੋਂ ਬਾਹਰੋਂ ਦੁਨੀਆ ਬਹੁਤ ਸੋਹਣੀ ਲੱਗ ਰਹੀ ਸੀ, ਮੇਜਰ ਜੀ ਦਾ ਕਿੱਦਾਂ ਦਾ ਸੁਭਾਅ ਹੁੰਦਾ ਸੀਗਾ ਘਰੇ? ਆਈ ਮੀਨ ਉਹ ਕੀ ਚਾਹੁੰਦੇ ਸੀਗੇ, ਉਹਨਾਂ ਦੇ ਕੀ ਚਾਅ ਸੀ, ਉਹਨਾਂ ਦੇ ਸੁਪਨੇ ਕੀ ਸੀਗੇ, ਕੀ ਉਹ ਪੂਰੇ ਕਰਕੇ ਗਏ ਨੇ ਜਾਂ ਅਧੂਰੇ ਹੀ ਛੱਡ ਗਏ? ਸਭ ਤੋਂ ਵੱਡਾ ਤਾਂ ਸੁਪਨਾ ਜੀ ਉਹਨਾਂ ਦਾ ਗਾਇਕੀ ਸੀ। ਸਹੀ ਗੱਲ ਹੈ। ਹਾਂ, ਉਹਨਾਂ ਦੇ ਜਿਹੜਾ ਖੇਤੀਬਾੜੀ ਕਰਦੇ ਸੀ, ਜਦੋਂ ਪਿੰਡ ਰਹਿੰਦੇ ਸੀ, ਬਸ ਉਹਨਾਂ ਦਾ ਇਹੀ ਸੁਪਨਾ ਸੀ ਵੀ ਇੱਕ ਵਾਰੀ ਮੈਂ ਕੋਈ ਕੰਮ ਕਰਕੇ ਕਿਸੇ ਨੂੰ ਦਿਖਾਉਣਾ, ਤੇ ਉਹ ਮਾਲਕ ਨੇ ਬਹੁਤ ਛੇਤੀ ਪੂਰਾ ਕਰਤਾ ਸੀ ਜੀ। ਉਹਨਾਂ ਦਾ ਬਹੁਤ ਖੁਸ਼ ਰਹਿੰਦੇ ਸੀ, ਬਹੁਤ ਵਧੀਆ ਸੀ ਵੀ। ਹਜੇ ਬਾਹਰ ਤਾਂ ਦੇਖੋ ਜੀ, ਅੱਜ ਵੀ ਅਸੀਂ ਕਿਤੇ ਜਾਂਦੇ ਹਾਂ, ਅਸੀਂ ਤਾਂ ਪਿੱਛੇ ਮੇਲਾ ਸੀ ਜੀ ਵਿਸਾਖੀ ਦਾ, ਸਾਡੇ ਪੁਰਾਣੇ ਪਿੰਡ ਰਾਜਸਥਾਨ 'ਚ 5 KK ਬੁੱਡਰ, ਸਾਡੇ ਉੱਥੇ ਮੇਲਾ ਲੱਗਦਾ ਹੈ, ਅਤੇ ਵੀ ਇਹਦੇ ਬੇਟਾ ਅਸੀਂ ਨਵਦੀਪ ਦੇ ਅਸੀਂ ਗਏ। ਅਸੀਂ ਪਦਮਪੁਰ ਮੰਡੀ ਤੋਂ ਸਾਨੂੰ ਫੋਨ ਆਇਆ ਜੀ, ਉਹ ਕਹਿੰਦੇ ਵੀ ਸਾਡੀ ਭੈਣ ਹੈ ਜੀ ਪਦਮਪੁਰ ਮੰਡੀ ਦੇ ਨਾਲ 18 ਬੀਬੀ ਪਿੰਡ ਹੈ, ਇਹਨਾਂ ਦੀ ਭੂਆ ਜੀ ਸੀ, ਨਾਲੇ ਮੇਰੀ ਭੈਣ ਸੀ ਉਸੇ ਘਰੇ। ਅਸੀਂ ਉੱਥੇ ਰਾਤ ਰਹਿਣੀ ਸੀ ਜੀ। ਪਦਮਪੁਰ ਮੰਡੀ ਤੋਂ ਸਾਨੂੰ ਫੋਨ ਆਇਆ ਜੀ ਵੀ ਉੱਥੇ 15-20 ਤੋਂ ਜ਼ਿਆਦਾ ਹੀ ਮੁੰਡੇ ਹੋਣਗੇ ਸੀ, ਜਿਹੜੇ ਸਾਡਾ ਇੰਤਜ਼ਾਰ ਨਵੀ ਦਾ ਕਰ ਰਹੇ ਸੀ ਵੀ ਪਹਿਲਾਂ ਤੂੰ 18 ਬੀਬੀ ਨਹੀਂ ਜਾਣਾ, ਪਹਿਲਾਂ ਪਦਮਪੁਰ ਆਉਣਾ, ਵੀ ਅਸੀਂ ਤੈਨੂੰ ਉਡੀਕ ਰਹੇ ਹਾਂ। ਵੀ ਅੱਜ ਵੀ ਜਦੋਂ ਅਸੀਂ ਉੱਥੇ ਗਏ ਜੀ, ਦੇਖੋ ਅਸੀਂ ਕਾਰ 'ਚ ਉਤਰੇ, ਉਹ ਦਾਲੇ ਬਦਾਲੇ ਐਵੇਂ ਕਾਰ ਦੇ ਖੜ੍ਹੇ ਮੁੰਡੇ, ਵੀ ਮੈਨੂੰ ਉਵੇਂ ਮਹਿਸੂਸ ਹੋਵੇ ਵੀ ਜਿਵੇਂ ਅਸੀਂ ਜਾਂਦੇ ਸੀ ਰਾਜਸਥਾਨੀ, ਜੇ ਕਿਤੇ ਨੀਚੇ ਕੋਈ ਚੀਜ਼ ਲੈਣ ਉਤਰਦੇ ਸੀ ਤਾਂ ਵੀ ਬਹੁਤ ਦੁਨੀਆ ਇਕੱਠੀ ਹੋ ਜਾਂਦੀ ਸੀ ਵੀ ਰਾਜਸਥਾਨੀ ਆ। ਜਿਵੇਂ ਉਹ ਬੇਟੇ ਨੂੰ ਮਿਲਣ ਜੀ, ਅਤੇ ਉਹਨਾਂ ਨੇ ਬੜਾ ਹੀ ਆਦਰ ਮਾਣ ਪਿਆਰ ਇੰਨਾ ਉਹਨਾਂ ਨੇ ਸਾਨੂੰ ਦਿੱਤਾ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਜੀ। ਉਹ ਮੁੰਡਿਆਂ ਨੇ, ਹਾਂ ਰਾਜੂ ਸੀ ਮੁੰਡੇ ਦਾ ਨਾਮ, ਅਤੇ ਉੱਥੇ ਬਹੁਤ ਹੀ ਵਧੀਆ ਉਹਨਾਂ ਨੇ ਸਾਡਾ ਇੱਜ਼ਤ ਮਾਣ ਕੀਤਾ, ਪਿਆਰ ਦਿੱਤਾ ਜੀ, ਆਂਟੀ ਜੀ ਆਂਟੀ ਜੀ। ਅਤੇ ਬੇਟੇ ਨੂੰ ਫਿਰ ਉਹਨਾਂ ਨੇ ਪੋਸਟਰ ਬਣਾਇਆ ਹੋਇਆ ਸੀ ਰਾਜਸਥਾਨੀ ਦਾ, ਐਡਾ ਆਪਦਾ ਨਾਂ ਲਿਖਾਇਆ ਮੁੰਡੇ ਨੇ, ਫਿਰ ਸਾਨੂੰ ਉਹ ਦਿੱਤਾ, ਉਹਨਾਂ ਨੇ ਸਨਮਾਨਿਤ ਕੀਤਾ ਵੀ। ਮੈਨੂੰ ਪਿਛਲੀ ਬੈਕਗਰਾਊਂਡ ਚੇਤੇ ਆਉਣ ਲੱਗ ਗਈ ਸੀ ਉਸ ਟਾਈਮ ਉੱਥੇ ਖੜੀ ਨੂੰ। ਹਾਂਜੀ। ਮਾਫ਼ ਕਰਨਾ, ਇੱਕ ਸਵਾਲ ਪੁੱਛਣਾ ਚਾਹਾਂਗੀ। ਗੱਲਬਾਤ ਹੋ ਰਹੀ ਸੀ ਔਰ ਅਜਿਹਾ ਹੀ ਹੁੰਦਾ ਸਾਡੇ ਸਾਰਿਆਂ ਦੇ ਨਾਲ। ਤੁਸੀਂ ਜ਼ਿਕਰ ਕਰ ਰਹੇ ਸੀ ਵੀ ਇੱਕ ਟਾਈਮ ਉਹ ਹੁੰਦਾ ਸੀ ਜਦੋਂ ਸਵੇਰੇ ਹੀ ਇਕੱਠ ਆਉਣਾ ਸ਼ੁਰੂ ਹੁੰਦਾ ਸੀਗਾ, ਜਦੋਂ ਰਾਜਸਥਾਨੀ ਸਰ ਜਿੰਦੇ ਸੀ ਹੈ ਨਾ, ਸਾਡੇ ਵਿੱਚ ਸੀਗੇ, ਜਦੋਂ ਘਰੇ ਆਉਂਦੇ ਸੀਗੇ, ਰਾਤ ਤੱਕ ਮੇਲਾ ਲੱਗਾ ਰਹਿੰਦਾ ਸੀਗਾ। ਪਰ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਜ਼ਰੂਰਤ ਪਈ ਤੇ ਬਹੁਤ ਘੱਟ ਗਿਣਤੀ ਦੇ ਲੋਕ ਸੀ ਜਿਹੜੇ ਆਉਂਦੇ ਸੀ, ਸਾਰਿਆਂ ਨੇ ਪਿੱਠ ਮੋੜ ਲਈ ਸੀ। ਹਾਂਜੀ, ਬਹੁਤ ਦੁਨੀਆ ਆਉਂਦੀ ਸੀ ਜੀ। ਕਈ ਵਾਰੀ ਤਾਂ ਸਾਡੇ ਉੱਧਰਲੇ ਘਰ ਜਗ੍ਹਾ ਨਹੀਂ ਹੁੰਦੀ ਸੀ ਜੀ ਸਾਡੇ ਵਾਸਤੇ ਬੈਠਣ ਨੂੰ, ਫਿਰ ਅਸੀਂ ਇੱਧਰ ਭੈਣ ਕੋਲ ਆ ਜਾਣਾ। ਕਹਿ ਦਿੰਦੇ ਜਦੋਂ ਚਲੇ ਗਏ ਨਾ ਵੀ ਸਾਰੇ ਵੀ ਕਿਉਂ ਬਹਾਦਰ ਲੱਗੇ ਹੁੰਦੇ ਸੀ ਜੀ। ਅਸੀਂ ਤਾਂ ਬਹੁਤ ਘੱਟ ਕੰਮ ਕਰਦੇ ਸੀ ਪਹਿਲਾਂ, ਸ਼ੁਰੂ ਤਾਂ ਕੀਤਾ ਬਹੁਤ, ਫਿਰ ਜਦੋਂ ਬਹੁਤ ਲੋਕ ਆਉਂਦੇ ਸੀ, ਗੀਤਕਾਰ ਆਉਂਦੇ ਸੀ, ਹੋਰ ਲੋਕ ਮਿਲਣ ਵਾਲੇ ਆਉਂਦੇ ਸੀ, ਜਾਣਕਾਰ ਆਉਂਦੇ ਸੀ, ਫਿਰ ਉਹ ਕਹਿੰਦੇ ਸੀ ਵੀ ਚੱਲ ਤੁਸੀਂ ਭੈਣ ਕੋਲ ਜਾ ਕੇ ਬਹਿ ਜਾਓ, ਵੀ ਇੱਧਰ ਜਗ੍ਹਾ ਹੈ ਨਹੀਂ, ਸਾਰੇ ਕਮਰੇ ਬੁੱਕ ਹੋਏ ਹੁੰਦੇ ਸੀ ਸਾਰੇ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਜੀ ਖਾਸ ਬੰਦੇ ਰਹਿ ਗਏ ਵੀ, ਸਾਰੇ ਥੋੜ੍ਹਾ ਜਿਹਾ ਹਟ ਕੇ ਪਿੱਛੇ। ਪਹਿਲਾਂ ਤਾਂ ਜਦੋਂ ਗੁੱਡੀ ਚੜ੍ਹੀ ਹੁੰਦੀ ਆ ਉਦੋਂ ਤਾਂ ਹੀ ਕਹਿੰਦੇ ਸੀ ਵੀ ਸਾਡਾ ਮੇਜਰ ਹੈ ਨਾ ਜੀ, ਉਦੋਂ ਤਾਂ ਸਾਰਿਆਂ ਦਾ ਸੀ। ਤਾਂ ਜਦੋਂ ਫਿਰ ਇਹ ਕਹਾਣੀ ਬੀਤ ਗਈ ਜੀ, ਭਾਣਾ ਬੀਤ ਗਿਆ, ਉਦੋਂ ਫਿਰ ਅਸੀਂ ਥੋੜ੍ਹਾ ਜਿਹਾ ਬੱਚੇ ਛੋਟੇ ਸੀ ਜੀ,
ਤੇ ਅਸੀਂ ਕੋਈ ਸਾਨੂੰ ਇੰਨੀ ਜਾਣਕਾਰੀ ਹੈ ਨਹੀਂ ਸੀ, ਤੁਹਾਨੂੰ ਸਹੀ ਗੱਲ ਦੱਸੀਏ। ਤਾਂ ਉਦੋਂ ਬਸ ਫਿਰ ਸਾਡੇ ਨਾਲ ਵੀ ਜਿਹੜੇ ਖੜੇ ਸੀਗੇ ਥੋੜ੍ਹੇ ਹੀ ਪਰਿਵਾਰ ਰਹਿ ਗਏ ਸੀ ਜੀ, ਬਾਕੀ ਸਭ ਪਿੱਛੇ ਹਟ ਗਏ ਸੀ ਜੀ। ਅੱਛਾ, ਜਦੋਂ ਨਵਦੀਪ ਹੋਏ ਤੇ ਕਿਤੇ ਨਾ ਕਿਤੇ ਬਾਪ ਨੂੰ ਹੁੰਦਾ ਹੈ ਨਾ ਕਿ ਹਾਂ ਹੁਣ ਮੇਰਾ ਬੇਟਾ ਵੀ ਇਦਾਂ ਕਰੇਗਾ, ਕਿ ਉਹਨਾਂ ਦਾ ਕਿਤੇ ਨਾ ਕਿਤੇ ਸੁਪਨਾ ਸੀ ਗਾਇਕੀ ਨੂੰ ਲੈ ਕੇ, ਨਵਦੀਪ ਨੂੰ ਲੈ ਕੇ? ਨਵਦੀਪ ਉਸ ਟਾਈਮ ਬਹੁਤ ਛੋਟਾ ਸੀਗਾ ਜੀ। ਅੱਛਾ ਜੀ। ਹਾਂ, ਕਹਿ ਤਾਂ ਦਿੰਦੇ ਸੀ ਵੀ ਕਲਾਕਾਰ ਹੀ ਬਣੂਗਾ, ਜਦੋਂ ਜਿਹੜਾ ਕੰਮ ਵੀ ਬਾਪ ਕਰਦਾ ਤੇ ਉਹੀ ਬੇਟਾ ਕਰੂਗਾ। ਪਰ ਉਦੋਂ ਬਾਅਦ ਵੀ ਸਾਨੂੰ ਬਹੁਤ ਜਿਹੜੇ ਜਿਵੇਂ ਵੀ ਬਲਕਾਰ ਸਿੱਧੂ ਵੀਰ ਜੀ ਸੀ, ਹੋਰ ਬਠਿੰਡੇ ਵਾਲੇ ਕਲਾਕਾਰ ਸੀ, ਧਰਮਪ੍ਰੀਤ ਸੀ, ਵੀ ਸਾਡੇ ਹਰਦੇਵ ਮਹਿਲਾ ਬਹੁਤ ਆਉਂਦੇ ਸੀ, ਗੋਰਾ ਚੱਕ ਵਾਲਾ, ਇਹਨਾਂ ਨੇ ਆਉਣਾ ਜੀ, ਇਹਨਾਂ ਨੇ ਕਹਿਣਾ ਵੀ ਆਪਾਂ ਕਲਾਕਾਰ ਹੀ ਬਣਾਵਾਂਗੇ ਮੁੰਡੇ ਨੂੰ। ਪਰ ਸਾਡਾ ਮਨ ਉਦੋਂ ਬਹੁਤ ਜ਼ਿਆਦਾ ਡਰ ਗਿਆ ਸੀ ਜੀ, ਕਿਉਂ ਅਸੀਂ ਬੱਚੇ ਬਹੁਤ ਛੋਟੇ ਸੀ। ਮੈਨੂੰ ਐਂ ਹੁੰਦਾ ਸੀ ਵੀ ਇਹ ਕੰਮ 'ਚ ਜੇ ਨਾ ਬੇਟਾ ਪਵੇ ਤਾਂ ਬਹੁਤ ਚੰਗੀ ਗੱਲ ਹੈ। ਮੇਰਾ ਮਨ ਬਹੁਤ ਜ਼ਿਆਦਾ ਡਰ ਗਿਆ ਸੀ ਜੀ ਉਸ ਟਾਈਮ। ਪਰ ਮਤਲਬ ਕਿਉਂ? ਆਇਆ ਜੀ, ਤੁਹਾਨੂੰ ਮੈਂ ਸਹੀ ਗੱਲ ਦੱਸਾਂ, ਇੱਕ ਤਾਂ ਇਸ ਲਾਈਨ 'ਚ ਸੀ ਜੀ ਜਿਹੜਾ ਖਾਣ ਪੀਣ ਦਾ ਬਾਹਲਾ ਕੰਮ ਸੀਗਾ। ਅੱਛਾ। ਠੀਕ ਹੈ ਨਾ ਜੀ। ਇੱਕ ਵੀ ਆਇਆ ਜੇ ਬੰਦੇ ਨੂੰ ਕਿਤੇ ਵੀ ਅਗਲਾ ਕਹਿੰਦਾ ਵੀ ਅਸੀਂ ਪ੍ਰੋਗਰਾਮ ਲਵਾਉਣਾ ਹੈ ਨਾ, 1000 ਰੁਪਈਆ 2000 ਰੁਪਈਆ ਸਾਈ ਦੇ ਗਿਆ ਹੈ ਨਾ, ਕਿਤੇ ਵੀ ਭਾਣਾ ਬੀਤ ਜਾਂਦਾ, ਕੋਈ ਗੱਲਬਾਤ ਹੋ ਜੇ ਹੈ ਨਾ, ਕਿਤੇ ਗੋਲੀ ਵੀ ਚੱਲੀ, ਕਿਤੇ ਐਕਸੀਡੈਂਟ ਵੀ ਹੋਇਆ, ਵੀ ਮੈਨੂੰ ਐਂ ਸੀ ਵੀ ਜੇ ਬੱਚਾ ਕਿਤੇ ਬਾਹਰ ਜਾਊਗਾ ਤਾਂ ਵੀ ਸ਼ਾਇਦ ਕੋਈ ਗੱਲ ਨਾ ਹੋ ਜੇ, ਕੋਈ ਘਰ ਨਾ ਵੀ ਦੇਵੇ। ਮੇਰੇ ਕੋਲ ਕੁਛ ਵੀ ਨਹੀਂ ਸੀ ਉਸ ਟਾਈਮ, ਵੀ ਇਹੀ ਸੀ ਸਾਰਾ ਕੁਛ। ਜੀ ਹਾਂ। ਜਿੱਦਾਂ ਕਿ ਪਹਿਲੇ ਵੀ ਜ਼ਿਕਰ ਹੋਇਆ ਸੀਗਾ ਕਿ ਤੁਸੀਂ ਜਿੱਦਾਂ ਹੁਣ ਕਿਹਾ ਕਿ ਮਨ ਡਰ ਗਿਆ ਸੀ, ਹੈ ਨਾ, ਕਿਉਂਕਿ ਕਲਾਕਾਰਾਂ ਦੀ ਜ਼ਿੰਦਗੀ ਸੜਕਾਂ 'ਤੇ ਹੀ ਹੁੰਦੀ ਹੈ। ਸੋ ਪਹਿਲੇ ਵੀ ਬਹੁਤ ਵਾਰ ਅਜਿਹੀਆਂ ਗੱਲਾਂ ਹੋਈਆਂ, ਤੁਹਾਨੂੰ ਪਤਾ ਲੱਗਦਾ ਹੋਊਗਾ ਜਦੋਂ ਘਰ ਆਉਂਦੇ ਹੋਣਗੇ ਵੀ ਐਂ ਹੋ ਗਿਆ, ਐਂ ਹੋ ਗਿਆ। ਮੈਮ, ਜਦੋਂ ਐਕਚੁਅਲ ਮੌਕਾ ਸੀ ਉਦੋਂ ਕਿਤੇ ਨਾ ਕਿਤੇ ਤੁਹਾਨੂੰ ਅੰਦਾਜ਼ਾ ਸੀ, ਜਦੋਂ ਉਹਨਾਂ ਨੇ ਕਿਹਾ ਕਿ ਰਾਤੀ 12 ਵਜੇ ਅਸੀਂ ਉਹਨਾਂ ਦੀ ਅਖੀਰਲੀ ਟੇਪ ਦੇ ਗਾਣੇ ਸੁਣਨ ਦੀ ਗੱਲ ਹੋਈ ਸੀਗੀ, ਤੁਹਾਨੂੰ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਕੋਈ ਇਹੋ ਜਿਹੀ ਗੱਲ ਕਹੀ ਗਈ ਸੀਗੀ ਕਿ ਜਿਸ ਦੇ ਬਾਅਦ ਤੁਹਾਨੂੰ ਇੱਕ ਫਿਕਰ ਨੇ ਤੰਗ ਕੀਤਾ ਹੋਵੇ? ਨਹੀਂ ਜੀ, 1% ਵੀ ਨਹੀਂ। ਕੋਈ ਵੀ ਇਹੋ ਜਿਹੀ ਗੱਲ ਤਾਂ ਕੋਈ ਵੀ ਨਹੀਂ ਹੋਈ ਜੀ ਘਰ 'ਚ। ਇਹ ਭੈਣ ਸੀ ਸਾਡੇ, ਇੱਧਰਲੇ ਵੀਰ ਜੀ ਸੀ, ਅਤੇ ਪਿੱਥੋਂ ਵਾਲੇ ਬਾਈ ਜੀ ਸੀ ਸਰਜੀਤ ਢਿੱਲੋਂ, ਅਤੇ ਉਹਨਾਂ ਦਾ ਭਤੀਜਾ ਸੀ। ਅਸੀਂ 6-7 ਜਣੇ ਸੀ ਜਿਹੜੇ ਉਸ ਟਾਈਮ ਅਸੀਂ ਉਸੇ ਕਮਰੇ 'ਚ ਬੈਠੇ ਸੀ। 12-12:30 ਵਜੇ ਇਹ ਆਏ ਆ, ਉਹ ਆਦੇ ਉੱਧਰ ਚਲੇ ਗਏ ਜੀ, ਪਏ ਆ ਬੱਚੇ ਨਾਲ ਪਏ ਆ। ਕੋਈ ਵੀ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕੀਤੀ ਜੀ ਉਹਨਾਂ ਨੇ। ਬਸ ਇਹ ਕਹਿ ਗਿਆ ਵੀ ਮੇਰਾ ਸਿਰ ਦਰਦ ਹੁੰਦਾ ਤਾਂ ਵੀ ਬਸ ਰੁਮਾਲ ਲੈ ਕੇ ਸਿਰ ਬੰਨ੍ਹ ਦਿਓ, ਹੋਰ ਉਹਨਾਂ ਨੇ ਕੁਛ ਨਹੀਂ ਕਿਹਾ ਜੀ ਬਸ। ਜੇ ਉਹ ਅੱਜ ਹੁੰਦੇ ਹਾਂਜੀ। ਤੇ ਜ਼ਿੰਦਗੀ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਜੇ ਹੁੰਦੇ ਤੇ ਮੇਰੀ ਜ਼ਿੰਦਗੀ ਇਹ ਹੁੰਦੀ? ਜਿੱਦਾਂ ਕਿ ਹੁਣ ਇਹ ਗੱਲ ਹੋ ਰਹੀ ਸੀ ਕਿ ਜੇ ਉਹ ਹੁੰਦੇ ਤੇ ਬੜੀਆਂ ਦੇ ਰੋਜ਼ਗਾਰ ਅੱਜ ਲੱਗੇ ਹੁੰਦੇ, ਜੇ ਉਹ ਹੁੰਦੇ ਤੇ ਸ਼ਾਇਦ ਅੱਜ ਵੀ ਸਟੇਜ ਉੱਦਾਂ ਹੀ ਚਹਿਕਦੇ ਹੁੰਦੇ, ਜੇ ਉਹ ਹੁੰਦੇ ਤੇ ਸ਼ਾਇਦ ਗੱਡੀ ਦਾ ਇੰਜਨ ਨਵਦੀਪ ਹੁੰਦੇ, ਹੈ ਨਾ। ਤੁਸੀਂ ਕੀ ਕਹਿਣਾ ਚਾਹੋਗੇ ਜੇ ਉਹ ਹੁੰਦੇ ਤੇ ਜ਼ਿੰਦਗੀ ਕੀ ਹੁੰਦੀ? ਫਿਰ ਤਾਂ ਜ਼ਿੰਦਗੀ ਬਸ ਵੀ ਪਤਾ ਹੀ ਹੈ ਜੀ, ਬਹੁਤ ਹੀ ਵਧੀਆ ਹੁੰਦੀ। ਇੱਦੋਂ ਜਿਹੜੀ ਹੁਣ ਜ਼ਿੰਦਗੀ ਸਾਡੀ ਚੱਲ ਰਹੀ ਹੈ, ਇੱਦੋਂ ਤਾਂ ਬਹੁਤ ਹੀ ਦੁੱਗਣੀ ਜ਼ਿੰਦਗੀ ਹੁੰਦੀ। ਅਸੀਂ ਵੀ ਕਿਤੇ ਅਮਰੀਕਾ ਜਾਂ ਕੋਈ ਕੈਨੇਡਾ ਬੈਠੇ ਹੁੰਦੇ ਜੀ ਇਸ ਟਾਈਮ। ਅੱਛਾ, ਜਦੋਂ ਉਹਨਾਂ ਦਾ ਪੂਰਾ ਇੱਕ ਸਿੱਕਾ ਚੱਲ ਰਿਹਾ ਸੀ, ਹੈ ਨਾ, ਅਤੇ ਘਰ ਤਾਂ ਬਹੁਤ ਘੱਟ ਮੌਜੂਦਗੀ ਹੁੰਦੀ ਸੀ ਕਿਉਂਕਿ ਸ਼ੋਅ ਬਹੁਤ ਹੁੰਦੇ ਸੀ, ਹੈ ਨਾ। ਉਸ ਟਾਈਮ 'ਤੇ ਕਿੱਦਾਂ ਬੈਲੈਂਸ ਕਰਦੇ ਸੀ ਤੁਸੀਂ ਅਤੇ ਉਹ ਆਪਸ ਦੀ ਅੰਡਰਸਟੈਂਡਿੰਗ ਨੂੰ ਮੈਚ ਕਰਕੇ? ਕਿਸ ਤਰ੍ਹਾਂ ਘਰ ਦਾ ਜਿਹੜਾ ਹੈ ਉਹ ਸਿਸਟਮ ਸੈੱਟ ਹੁੰਦਾ ਸੀਗਾ? ਕਦੀ ਤੁਸੀਂ ਸ਼ਿਕਾਇਤ ਨਹੀਂ ਕੀਤੀ ਜਾਂ ਕਦੀ ਉਹਨਾਂ ਨੇ ਨਹੀਂ ਕਿਹਾ ਕਿ ਮੈਨੂੰ ਮਹਿਸੂਸ ਹੁੰਦਾ ਮੈਂ ਵਕਤ ਨਹੀਂ ਦੇ ਪਾਉਂਦਾ? ਨਹੀਂ, ਆਏ ਤਾਂ ਹੁੰਦਾ ਸੀ ਜੀ, ਜਦੋਂ ਦੇਖੋ ਬਾਹਰ ਚਲੇ ਜਾਂਦੇ ਸੀ, ਕਿੰਨੇ ਦਿਨ ਆਉਂਦੇ ਨਹੀਂ ਸੀ, ਹੈ ਨਾ। ਪਹਿਲਾਂ ਅਸੀਂ ਰਾਜਸਥਾਨ 'ਚ ਰਹਿੰਦੇ ਸੀ, ਜਦੋਂ ਗਾਇਕੀ ਸ਼ੁਰੂ ਕੀਤੀ ਹੈ ਵੀ ਸਾਡੀ ਬੇਬੇ ਜੀ, ਸਾਡੀ ਮੇਰੀ ਸੱਸ, ਤਾਂ ਅਸੀਂ ਦੋਨੇ ਨੂੰ ਸੱਸੀ ਰਹਿੰਦੀਆਂ ਹੁੰਦੀਆਂ ਸੀ ਉੱਥੇ ਘਰੇ ਜੀ। ਅਤੇ ਇਹਨਾਂ ਨੇ 2-2 ਮਹੀਨੇ ਨਹੀਂ ਜਾਂਦੇ ਹੁੰਦੇ ਸੀ ਜੀ ਵਾਪਸ, ਜਦੋਂ ਇੱਧਰ ਪੰਜਾਬ 'ਚ ਆ ਜਾਂਦੇ ਸੀ। ਗਾਇਕੀ ਸ਼ੁਰੂ ਕੀਤੀ ਹੈ ਜਦੋਂ, ਤਾਂ ਫਿਰ ਅਸੀਂ ਕਹਿ ਵੀ ਦਿੰਦੇ ਸੀ ਵੀ ਭਈ ਐਂ ਖੇਤੀਬਾੜੀ ਛੱਡ ਕੇ, ਹੈ ਨਾ, ਵੀ ਐਂ ਜਾਣਾ ਤਾਂ ਚੰਗਾ ਨਹੀਂ ਲੱਗਦਾ। ਹੋਰ ਵੀ ਭੈਣ ਭਰਾ ਵੀ ਕਹਿ ਦਿੰਦੇ ਸੀ, ਉਹਨਾਂ ਦੇ ਭਾਈ ਵੀ ਕਹਿ ਦਿੰਦੇ ਸੀ, ਸਾਡੇ ਰਿਸ਼ਤੇਦਾਰ ਵੀ ਕਹਿ ਦਿੰਦੇ ਸੀ ਜੀ। ਚਲੋ ਜੀ, ਉਹਨਾਂ ਨੇ ਤਾਂ ਫਿਰ ਆਪਦਾ ਜਿਹੜਾ ਕੰਮ ਕਰਨਾ ਸੀ, ਉਹਨਾਂ ਨੂੰ ਸ਼ੌਂਕ ਸੀ, ਉਹਨਾਂ ਨੇ ਮੂੰਹ 'ਚੋਂ ਕੱਢਿਆ ਸੀ ਅਤੇ ਉਹ ਪੂਰਾ ਕਰਕੇ ਸਾਰਿਆਂ ਨੂੰ ਦਿਖਾਤਾ। ਅਤੇ ਬਾਕੀ ਜਿੰਨਾ ਕੁ ਮਾਲਕ ਨੂੰ ਮਨਜ਼ੂਰ ਸੀ ਜੀ, ਅਤੇ ਉਹਨਾਂ ਉਦੋਂ ਵੱਧ ਤਾਂ ਕੁਛ ਵੀ ਨਹੀਂ ਮਿਲਦਾ ਜੀ। ਥੋੜ੍ਹੇ ਜਿਹੇ ਟਾਈਮ 'ਚ ਜਿਵੇਂ ਉਹਨਾਂ ਨੇ ਨਾਂ ਕਮਾਇਆ ਜੀ, ਸਾਰਾ ਕੁਛ ਬਣਾਇਆ, ਤਾਂ ਅੱਜ ਬੱਚੇ ਆਪਦੇ ਘਰੇ ਸਟੈਂਡ ਹੈ ਜੀ, ਅਤੇ ਬੈਠੇ ਆ ਆਰਾਮ, ਰੋਟੀ ਬਹੁਤ ਵਧੀਆ ਰੋਟੀ ਖਾਂਦੇ ਹਾਂ ਜੀ। ਮਾਲਕ ਨੇ ਕੁਛ ਵੀ ਨਹੀਂ ਲੁਕੋ ਕੇ ਰੱਖਿਆ, ਬਹੁਤ ਸਾਰੇ ਪਾਸਿਓਂ। ਬਾਕੀ ਸਾਥ ਦੇਣ ਵਾਲਿਆਂ ਨੇ ਬਹੁਤ ਹੀ ਵਧੀਆ ਨਿਭਾਏ ਜੀ।
ਤੇ ਬਸ ਵੀ ਵਧੀਆ ਗੱਡੀ ਚੱਲੀ ਗਈ। ਹਾਂਜੀ। ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ, ਇੱਕ ਭਰਾ ਨੂੰ ਭੈਣ ਤੋਂ ਬਹੁਤ ਉਮੀਦਾਂ ਹੁੰਦੀਆਂ, ਉਹ ਕਹਿੰਦਾ ਵੀ ਮਾਂ ਵਰਗੀ ਹੁੰਦੀ ਹੈ, ਭਾਵੇਂ ਛੋਟੀ ਹੋਵੇ ਭਾਵੇਂ ਵੱਡੀ ਹੋਵੇ, ਵੀ ਮੇਰਾ ਘਰ ਸਾਂਭ ਸਕਦੀ ਆ, ਹੈ ਨਾ। ਕੁਝ ਇਹੋ ਜਿਹੀਆਂ ਉਮੀਦਾਂ ਕਦੀ ਉਹਨਾਂ ਨੇ ਜਤਾਈਆਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਵੀ ਭੈਣ ਆਹ ਕਰ ਲਈ ਜਾਂ ਮੇਰੇ ਮਗਰੋਂ ਆਹ ਚੀਜ਼ ਵੇਖ ਲਿਓ, ਜਾਂ ਕਦੀ ਇੱਦਾਂ ਦੀ ਗੱਲਬਾਤ ਹੁੰਦੀ ਸੀ? ਉਸ ਦਿਨ ਹੀ ਕਹਿ ਰਹੇ ਸੀ ਮੈਂ ਰਹਿਣਾ ਨਹੀਂ ਤੇ ਮੇਰੇ ਬੱਚਿਆਂ ਨੂੰ ਤੁਸੀਂ ਸੰਭਾਲਣਾ ਜੀ। ਤੁਸੀਂ ਉਹ ਗੱਲ ਮੈਂ ਅੱਜ ਭੁੱਲ ਨਹੀਂ ਸਕਦੀ। ਜੀ ਆਈ ਮੀਨ ਰਾਈਟ, ਮੈਨੂੰ ਲੱਗਦਾ ਕਿ ਕਈ ਵਾਰ ਅਸੀਂ ਵੀ ਆਪਦੇ ਬੱਚਿਆਂ ਤੋਂ ਵੱਧ ਸੰਭਾਲੇ ਸੀ। ਹਾਂਜੀ। ਉਨਾ ਹੱਕ ਮੈਂ ਆਪਦੇ ਬੱਚੇ ਤੇ ਨਹੀਂ ਰੱਖਦੀ ਜਿੰਨਾ ਮੈਂ ਨਵਦੀਪ ਤੇ ਰੱਖਦੀ। ਮੈਂ ਕਹੀ ਮੈਂ ਬਹੁਤ ਮੁਸ਼ਕਲਾਂ ਪਾਲੇ ਜੀ। ਜੈਂਟਸ ਪਾਲਦਾ ਤਾਂ ਬੱਚੇ ਪਾਲਦੇ, ਜੈਂਟਸ ਤੋਂ ਬਿਨਾਂ ਜਿਹੜੀ ਲੇਡੀਜ਼ ਬੱਚੇ ਪਾਲਦੀ ਉਹ ਬਹੁਤ ਮੁਸ਼ਕਲ। ਦੇਖਣ 'ਚ ਨਾ ਸਭ ਬਹੁਤ ਲੱਗਦਾ ਹੈ ਵੀ ਪਿੱਛੇ ਛੱਡ ਗਿਆ ਹੈ ਜਾਂ ਕੁਝ ਵੀ ਹੈ। ਮੈਂ ਮੈਮ ਜ਼ਰੂਰ ਜਾਣਨਾ ਚਾਹਾਂਗੀ, ਤੁਸੀਂ ਜਿਵੇਂ ਕਿ ਕਿਹਾ ਜਿੱਦਾਂ ਕਿ ਇਹ ਵੀ ਕਹਿ ਰਹੇ ਨੇ ਘਰ ਵੀ ਸੀ, ਪਿੱਛੇ ਜ਼ਮੀਨ ਵੀ ਸੀ, ਫਿਰ ਵੀ ਔਂਕੜਾਂ ਸੀਗੀਆਂ, ਉਹ ਬਹੁਤ ਮੁਸ਼ਕਲਾਂ ਸੀ ਜੀ। ਜੀ ਕਿਸ ਤਰ੍ਹਾਂ ਦੀਆਂ? ਬਹੁਤ ਮੁਸ਼ਕਲ, ਬੱਚਿਆਂ ਨੂੰ ਕਵਰ ਕਰਨਾ, ਬੱਚਿਆਂ ਨੂੰ ਪਾਲਣਾ, ਵੱਡੇ ਹੋ ਜਾਣ ਉਹਨਾਂ ਦਾ ਧਿਆਨ ਰੱਖਣਾ, ਪੜ੍ਹਾਈ ਬਾਰੇ ਦੇਖਣਾ, ਉਹਨਾਂ ਦੇ ਬਿਜ਼ਨਸ ਦਾ ਕੰਮ ਕਰਾਉਣਾ। ਖੁਦ ਅਸੀਂ ਆਪ ਕਰਾਇਆ, ਅਸੀਂ ਬਿਜ਼ਨਸ ਕਰਦੇ ਸੀ, ਫਿਰ ਇਹਨਾਂ ਨੂੰ ਏਜੰਸੀ ਖੋਲ੍ਹ ਕੇ ਦਿੱਤੀ ਮੇਰੇ ਵੱਡੇ ਬੇਟੇ ਨੇ ਜੀ ਵੀ ਆਪਾਂ ਆਹ ਕੰਮ ਕਰੇ, ਬੱਚਾ ਨਸ਼ੇ ਪੱਤਿਆਂ 'ਚ ਨਾ ਪੈ ਜੇ, ਕਿੰਨੀ ਰਿਸਪੌਂਸਿਬਿਲਿਟੀ ਹੁੰਦੀ ਹੈ। ਰਾਈਟ ਜੀ, ਬਿਲਕੁਲ। ਜਦੋਂ ਖਾਸ ਕਰ ਬੇਟਾ ਬੇਟੀ ਜਵਾਨ ਹੁੰਦੇ ਨੇ, ਹੈ ਨਾ, ਤੇ ਮੁੰਡੇ ਨੂੰ ਨਸ਼ਿਆਂ ਵੱਲ ਨਾ ਚੱਲ ਜਾਏ ਕਿਹਾ ਜਾਂਦਾ ਹੈ, ਕੁੜੀ ਕਿਤੇ ਗਲਤ ਪਾਸੇ ਨਾ ਪੈ ਜਾਏ ਇਹ ਕਿਹਾ ਜਾਂਦਾ ਹੈ। ਸਮਾਜਿਕ ਤੌਰ 'ਤੇ ਵੀ ਬਹੁਤ ਮੁਸ਼ਕਿਲਾਂ ਤੁਹਾਨੂੰ? ਬਹੁਤ ਮੁਸ਼ਕਲਾਂ ਸੀ ਜੀ, ਬਹੁਤ ਮੁਸ਼ਕਲਾਂ ਸੀ। ਜਦੋਂ ਸਾਨੂੰ ਇਹਨਾਂ ਮੁਸ਼ਕਲਾਂ 'ਚ ਝੱਲਣਾ ਪੈਂਦਾ ਸੀ, ਸਾਨੂੰ ਬਹੁਤ ਐਂ ਲੱਗਦਾ ਸੀ ਵੀ ਅਸੀਂ ਬਹੁਤ ਖਾਲੀ ਹਾਂ ਉਹਨਾਂ ਬਿਨਾਂ ਸੰਸਾਰ 'ਤੇ। ਜੀ। ਕਦੀ ਬੱਚਿਆਂ ਵੱਲੋਂ ਵੀ ਕੋਈ ਇਹੋ ਜਿਹੀ ਕੰਪਲੇਂਟ ਕੀਤੀ ਗਈ ਜਿੱਥੇ ਇਹ ਲੱਗਾ ਵੀ ਜੇ ਉਹ ਖੁਦ ਹੁੰਦੇ ਤਾਂ ਸ਼ਾਇਦ ਜ਼ਿਆਦਾ ਵਧੀਆ ਹੁੰਦਾ? ਨਹੀਂ ਜੀ, ਇਹਨੇ ਬੱਚੇ ਬਹੁਤ ਨਰਮ ਸੀ, ਸਾਡੇ ਕਹਿਣੇ 'ਚ ਹੀ ਮੰਨਦੇ ਸੀ। ਜਿਵੇਂ ਅਸੀਂ ਕਹਿੰਦੇ ਸੀ ਉਵੇਂ ਬੱਚੇ ਮੈਥੋਂ ਬਹੁਤ ਡਰਦੇ ਸੀ। ਅੱਛਾ ਜੀ। ਅੱਜ ਵੀ ਉਹ ਡਰ ਸੀ ਤਾਂ ਇਹ ਆਪਦੇ ਪੈਰਾਂ 'ਤੇ ਸਟੈਂਡ ਹੋ ਗਏ। ਹਾਂਜੀ। ਬੱਚੇ ਬਹੁਤ ਘੱਟ ਹੁੰਦੇ ਜੀ ਜਿਹੜੇ ਡਰਦੇ ਨਹੀਂ ਹੁੰਦੇ, ਉਹ ਕੁਰਾਹੇ ਪੈ ਜਾਂਦੇ ਆ, ਪਰ ਇਹ ਬੱਚਿਆਂ ਨੇ ਬਹੁਤਾਂ ਦਾ ਨਾਂ ਕਮਾਇਆ। ਜਦੋਂ ਭੈਣਾਂ ਹੁੰਦੀਆਂ ਨੇ ਨਾ, ਤੇ ਅੰਦਰ ਵੜ ਰੋ ਵੀ ਲੈਂਦੀਆਂ ਨੇ, ਬੁੱਕਲ 'ਚ ਰਹਿ ਕੇ ਵੀ ਭੱਬਾ ਮਾਰ ਲੈਂਦੀਆਂ ਨੇ, ਉਹ ਟੁੱਟਦੇ ਸਮੇਂ ਦੇ ਵਿੱਚ ਮੈਂ ਤੁਹਾਡੇ ਦੋਨਾਂ ਕੋਲੋਂ ਜਾਣਨਾ ਚਾਹਾਂਗੀ ਵੀ ਉਹ ਤੁਹਾਡੇ ਉਸ ਦੁੱਖ ਦੀ ਗਵਾਹੀ ਤੁਹਾਡੇ ਕਮਰੇ ਭਰਦੇ ਹੋਣਗੇ, ਪਰ ਉਹ ਸਮਾਂ ਜਿਹੜਾ ਅੱਜ ਵੀ ਯਾਦ ਆਉਂਦਾ, ਉਹ ਅਹਿਸਾਸ ਕੀ ਹੈ ਮੈਮ? ਜਦੋਂ ਮੁੱਕਿਆ ਜੀ, ਮੇਰਾ ਜੇਠ ਮੁੱਕ ਗਿਆ ਸੀ ਜੀ, ਮੈਂ ਦਿਨੇ ਉੱਧਰ ਰਹਿੰਦੀ ਸੀ, ਰਾਤ ਨੂੰ ਮੈਂ ਆ ਕੇ ਇਹਦੇ ਨਾਲ ਸੌਂਦੀ ਸੀ। ਮੈਨੂੰ ਬੈਠ ਕੇ ਸਾਰੀਆਂ ਗੱਲਾਂ ਰਾਤ ਨੂੰ ਸਮਝਾਉਂਦੀ ਸੀ, ਆਪਾਂ ਆਪਣੇ ਘਰਾਂ 'ਚ ਚਲਾਉਣਾ। ਖਾਣ ਵਾਲੇ ਬਹੁਤ ਸੀ ਜੀ, ਬਚਾਉਣ ਵਾਲੀ ਇਕੱਲੀ ਸੀ। ਬਿਲਕੁਲ ਜੀ। ਮਾਲਕ ਸੀ, ਮਾਲਕ ਨੇ ਨਾਲ ਲਾ ਕੇ ਸਾਰੀਆਂ ਗੱਲਾਂ ਦਾ ਇੱਥੋਂ ਕਵਰ ਕਰਨਾ, ਇੱਥੋਂ ਕਵਰ ਕਰਨਾ। ਦਿਨੇ ਫਿਰ ਉੱਧਰ ਚਲੇ ਜਾਣਾ, ਰਾਤ ਨੂੰ ਫਿਰ ਇਹਦੇ ਨਾਲ ਆ ਕੇ ਪੈ ਜਾਣਾ। ਅਸੀਂ 2.5 ਸਾਲ ਇਕੱਲੇ ਇਕੱਠੇ ਪੈ ਜਾਂਦੇ, ਅਸੀਂ ਕਦੇ ਨਹੀਂ ਸੀ ਅੱਡ ਪਏ। ਘਰੋਂ ਕੰਮ ਕਰ ਜਾਣਾ, ਸਾਡੇ ਨਾਲ ਹੀ ਘਰ ਸੀ, ਰਾਤ ਨੂੰ ਬਸ ਉਹਨਾਂ ਦੇ ਘਰੇ ਜਾ ਕੇ ਉੱਥੇ ਪੈ ਜਾਣਾ, ਜਾਂ ਇਹਨੇ ਇੱਧਰ ਆ ਕੇ ਪੈ ਜਾਣਾ। ਜੀ। ਜਿੱਦਾਂ ਕਿ ਮੈਮ ਇਹ ਕਹਿ ਹੀ ਰਹੇ ਨੇ, ਦੱਸ ਰਹੇ ਨੇ, ਔਰ ਇੱਦਾਂ ਹੁੰਦਾ ਵੀ ਹੈ ਸਮਾਜਿਕ ਤੌਰ 'ਤੇ ਕਿ ਗੁੰਮਰਾਹ ਕਰਨ ਵਾਲੇ ਬੜੇ ਹੋ ਜਾਂਦੇ ਆ, ਪਿੱਛੇ ਪੈਸਾ ਨਜ਼ਰ ਆ ਰਿਹਾ ਹੁੰਦਾ, ਪਤਾ ਹੁੰਦਾ ਵੀ ਇਹਨੂੰ ਐਡੀ ਸਮਝ ਨਹੀਂ ਹੈਗੀ ਦੁਨੀਆ ਦੀ। ਮੈਮ ਉਹ ਤੁਹਾਨੂੰ ਲੱਗਦਾ ਕਿ ਮਤਲਬ ਇਹਨਾਂ ਦਾ ਸਾਥ ਸੀ ਜਾਂ ਰੱਬ ਨੇ ਕਿਤੇ ਨਾ ਕਿਤੇ ਇੱਕ ਜ਼ਰੀਆ ਬਣਾ ਕੇ ਭੇਜਤਾ ਤੇ ਬਚਾਅ ਹੋ ਗਿਆ? ਮਤਲਬ ਗੁੰਮਰਾਹ ਕਰਨ ਵਾਲੇ ਆਉਂਦੇ ਸੀਗੇ? ਹਾਂਜੀ, ਬਹੁਤ ਹਵਾਵਾਂ ਵਗੀਆਂ ਜੀ। ਹੁਣ ਜੇ ਦੇਖੋ ਵੀ ਬਾਹਲੀਆਂ ਗੱਲਾਂ ਕਰਨ 'ਚ ਤਾਂ ਕੋਈ ਫਾਇਦਾ ਨਹੀਂ ਜੀ, ਹੈ ਨਾ। ਬਹੁਤ ਕੁਛ ਚੱਲਿਆ ਜੀ, ਬਹੁਤ ਕੁਛ ਸੁਣਿਆ ਜੀ, ਪਰ ਵੀ ਚੱਲ ਆਪਾਂ ਤਾਂ ਫਿਰ ਵੀ ਕਹਿੰਦੇ ਹਾਂ ਵੀ ਕੁਛ ਮਾਲਕ ਨੇ ਸਾਥ ਦਿੱਤਾ, ਕੁਛ ਇਹਨਾਂ ਨੇ ਭੈਣ ਭਰਾਵਾਂ ਨੇ ਸਾਥ ਦਿੱਤਾ ਵੀ ਜਿਹੜਾ ਅਸੀਂ ਰਾਮਪੁਰੇ 'ਚੋਂ ਆਪਦੇ ਘਰੋਂ ਨਹੀਂ ਉੱਠੇ। ਉਹਨਾਂ ਦੀ ਬਣਾਈ ਜ਼ਮੀਨ ਜਾਇਦਾਦ ਅਤੇ ਉਹਨਾਂ ਦੇ ਖਰੀਦੇ ਹੋਏ ਮਕਾਨ 'ਚ ਅੱਜ ਵੀ ਬੱਚੇ ਅਸੀਂ ਲੈ ਕੇ ਬੈਠੇ ਹਾਂ। 27 ਸਾਲ ਦੀ ਉਮਰ ਸੀ ਜੀ ਉਸ ਟਾਈਮ, 12 ਸਾਲ ਸਾਡੇ ਵਿਆਹ ਨੂੰ ਹੋਏ ਸੀ, 27 ਸਾਲ ਦੀ ਉਮਰ ਸੀ ਜੀ ਮੇਰੀ, ਜਿੱਦੇ ਰਾਜਸਥਾਨੀ ਦੁਨੀਆ ਛੱਡ ਕੇ ਚਲੇ ਗਏ ਸੀ। ਦੇਖ ਲਓ ਜੀ, 5 ਸਾਲ ਦਾ ਨਵਦੀਪ ਸੀ, 3.5 ਸਾਲ ਦੀ ਬੇਟੀ ਸੀ। ਤੁਹਾਡਾ ਵਿਆਹ ਛੋਟੀ ਏਜ 'ਚ ਹੋ ਗਿਆ ਸੀ ਜੀ। ਜੀ। ਹਾਂਜੀ। ਅੱਛਾ, ਚਲੋ ਥੋੜ੍ਹਾ ਜਿਹਾ ਚੇਂਜ ਕਰਦੇ ਹਾਂ ਟੌਪਿਕ ਨੂੰ। ਜਦੋਂ ਛੋਟੀ ਉਮਰੇ ਵਿਆਹ ਹੋ ਗਿਆ, ਉਸ ਤੋਂ ਬਾਅਦ ਜਦੋਂ ਰਾਜਸਥਾਨੀ ਜੀ ਇੱਕ ਵੱਡੇ ਕਲਾਕਾਰ ਬਣ ਗਏ, ਜਦੋਂ ਆਪਣੇ ਪਿੰਡ ਜਾਂਦੇ ਸੀਗੇ ਤੁਸੀਂ, ਲੋਕੀ ਕਿਸ ਤਰੀਕੇ ਦੇ ਨਾਲ ਟਰੀਟ ਕਰਦੇ ਸੀ? ਬਹੁਤ ਵਧੀਆ ਕਰਦੇ ਸੀ ਜੀ। ਜਦੋਂ ਐਂ ਪਤਾ ਲੱਗ ਜਾਂਦਾ ਸੀ ਵੀ ਅੱਜ ਰਾਜਸਥਾਨੀ ਨੇ ਆਉਣਾ, ਉਦੋਂ ਜਦੋਂ ਅਸੀਂ ਪਿੰਡ ਜਾਣਾ ਜੀ, ਜਾਂ ਸਾਡੇ ਪੇਕੇ ਜਾਣਾ, ਜਾਂ ਅਸੀਂ ਆਪਦੇ ਪੁਰਾਣੇ ਪਿੰਡ ਜਾਣਾ 5 ਕਿਲੋਮੀਟਰ, ਵੀ ਸਾਰੇ ਲੋਕ ਐਂ ਖੜ੍ਹੇ ਦੇਖਦੇ ਹੁੰਦੇ ਸੀ। ਅਤੇ ਉਦੋਂ ਅੰਦਰ 1 ਘੰਟਾ ਸਾਨੂੰ ਅੰਦਰ ਨਹੀਂ ਵੜਨ ਦਿੰਦੇ ਸੀ ਜੀ, ਬਾਹਰ ਹੀ ਮਿਲਦੇ ਰਹਿੰਦੇ ਸੀ। 2 ਆ ਗਏ 2 ਜਾੜੇ, ਵੀ ਇੰਨਾ ਇਕੱਠ ਹੁੰਦਾ ਸੀ ਪੂਰਾ, ਵੀ ਐਂ ਕਹਿੰਦੇ ਸੀ ਵੀ ਰਾਜਸਥਾਨੀ ਆਇਆ, ਮੇਜਰ ਆਇਆ। ਉੱਥੇ ਤਾਂ ਮੇਜਰ ਹੀ ਕਹਿੰਦੇ ਸੀ ਜੀ ਪਿੰਡ 'ਚ, ਹੈ ਨਾ।
ਕੋਈ ਕਹਿੰਦੇ ਸੀ ਚਾਚਾ ਜੀ ਆਇਆ, ਕੋਈ ਬਾਈ ਜੀ ਆਇਆ, ਵੀ ਸਾਰੇ। ਤੇ ਅੱਜ ਵੀ ਜੇ ਅਸੀਂ ਜਾਂਦੇ ਹਾਂ ਜੀ, ਦੇਖੋ ਹੁਣ ਅਸੀਂ ਸਾਡੇ ਸਾਰੇ ਘਰ ਵੀ ਬਹੁਤ ਐਵੇਂ ਕਹੀਏ ਆਦਰ ਮਾਣ ਕਰਦੇ ਆ। ਸਾਰੇ ਕਹਿੰਦੇ ਵੀ ਸਾਨੂੰ ਮਿਲ ਕੇ, ਨਵਦੀਪ ਨੂੰ ਕਹਿੰਦੇ ਵੀ ਤੂੰ ਬਹੁਤ ਛੋਟਾ ਸੀ ਵੀ ਪਿੰਡ ਉਦੋਂ ਇੱਥੇ ਰਹਿਣ ਲੱਗੇ ਸੀ, ਵੀ ਤੂੰ ਸਾਡੇ ਘਰੇ ਆ ਕੇ ਜਦੋਂ ਵੀ ਆਉਣਾ ਵੀ ਤੂੰ ਸਾਰੇ ਘਰਾਂ ਨੂੰ ਮਿਲ ਕੇ ਜਾਇਆ ਕਰ, ਫਿਰ ਪਤਾ ਲੱਗ ਜਾਂਦਾ ਬੱਚੇ ਨੂੰ। ਤੁਸੀਂ ਕਿਹੜਾ ਗਾਣਾ ਪਰਸਨਲ ਡਿਮਾਂਡ ਤੇ ਕਹਿੰਦੇ ਸੀ ਵੀ ਅੱਜ ਮੈਂ ਇਹ ਗਾਣਾ ਸੁਣਨਾ ਹੈ? ਦੇਖੋ ਜੀ, ਗਾਣੇ ਤਾਂ ਸਾਰੇ ਹੀ ਸੁਣਦੇ ਸੀਗੇ, ਤੇ ਜਿਵੇਂ ਉਹ ਵੀਰ ਜੀ ਕਹਿ ਗਏ ਸੀ ਜਗਰਾਜ ਬੁੱਟਰ ਵੀ ਅਸੀਂ ਕੁੱਲੀਆਂ ਨਾਲ ਨਿਭਾ ਲਾਂਗੇ ਨਾ ਕਰ ਮੇਲਾ, ਮੈਨੂੰ ਬਹੁਤ ਹੀ ਵਧੀਆ ਗਾਣਾ ਲੱਗਦਾ ਸੀ। ਜੋ ਜਦੋਂ ਉਹ ਕਹਿ ਰਹੇ ਸੀ ਤਾਂ ਮੇਰੇ ਮਨ 'ਚ, ਮੇਰੇ ਆਪਦੇ ਮਨ 'ਚ ਅੰਦਰ ਉਹ ਹੋਈ ਜਾਂਦਾ ਸੀ ਵੀ ਕਿਸੇ ਕਿਸੇ ਬੰਦੇ ਦੀ ਸੋਚ ਹੁੰਦੀ ਹੈ ਜੀ, ਅੱਡ ਅੱਡ ਸੋਚ ਹੁੰਦੀ ਹੈ। ਉਹ ਵੈਸੇ ਗਾਣੇ ਤਾਂ ਬਹੁਤ ਸੁਣਦੇ ਸੀ ਜੀ, ਪਰ ਹੁਣ ਜਦੋਂ ਨਵਦੀਪ ਦਾ ਬਹੂ ਆ ਗਈ, ਵਿਆਹ ਹੋ ਗਿਆ, ਹੁਣ ਅਸੀਂ ਥੋੜ੍ਹਾ ਜਿਹਾ ਘੱਟ ਗਏ ਸੀ। ਹੁਣ ਪੋਤਰੇ ਨਾਲ ਉਹਦੇ ਗਾਣੇ ਸੁਣਦੇ ਹੋ ਨਾ ਤੁਸੀਂ, ਤਾਂ ਕਰਕੇ? ਹਾਂਜੀ, ਪੋਤਰੇ ਨਾਲ ਹੁਣ ਲੱਗੇ ਰਹਿੰਦੇ ਆ ਬਸ ਜੀ, ਵੀ ਹੁਣ ਨਹੀਂ ਐਵੇਂ ਕਹੀਏ, ਪਹਿਲਾਂ ਸੁਣਦੇ ਸੀ। ਅੱਛਾ, ਕੋਈ ਇਹੋ ਜਿਹਾ ਗੀਤ ਹੈ ਜਿਹੜਾ ਤੁਹਾਨੂੰ ਮਨਾਉਣ ਲਈ ਜਾਂ ਤੁਹਾਡਾ ਮਨ ਖੁਸ਼ ਕਰਨ ਦੇ ਲਈ ਮੀਆਂ ਬੀਬੀ ਵਿੱਚ ਹੋ ਜਾਂਦਾ ਨਾ ਕਦੀ ਕਦੀ, ਤੇ ਸੁਣਾ ਕੇ ਖਾਸ ਤੁਹਾਨੂੰ ਖੁਸ਼ ਕਰਦੇ ਹਨ ਵੀ ਉਹਨਾਂ ਨੂੰ ਪਤਾ ਹੋਵੇ ਵੀ ਹਾਂ ਇਹ ਸੁਣ ਕੇ ਖੁਸ਼ ਹੋ ਸਕਦੀ ਹੈ? ਨਹੀਂ ਜੀ, ਅਜੇ ਤਾਂ ਕੋਈ ਗੱਲ ਨਹੀਂ ਹੋਈ। ਕਿਤੇ ਕਿਤੇ ਗਾਉਣ ਵੀ ਲੱਗ ਜਾਂਦੇ ਸੀ। ਇੱਕ ਗਾਣਾ ਸੀਗਾ ਵੀ ਮੈਂ ਹੁਣ ਤੁਹਾਨੂੰ ਐਵੇਂ ਕਹਾਂ, ਬਾਹਲੀ ਦੇਰ ਹੋ ਗਈ, ਮਾਨ ਦੱਸੋਗਾ ਮਨ, ਉਹ ਕਿਹੜਾ ਗਾਣਾ ਸੀਗਾ ਦਿਆਲਪੁਰੇ ਵਾਲੇ ਦਾ? ਨਹੀਂ, ਗੀਤੇ ਦਾ ਨਹੀਂ ਸੀ, ਦੂਜਾ ਜਿਹੜਾ ਮੁੰਡਾ ਇੱਕ ਹੋਰ ਸੀ, ਸੱਚੀ ਸੱਚੀ ਦੱਸੀ ਗੱਲ ਨੰਦੇ ਕਿਉਂ ਨਹੀਂ ਤੇਰੇ ਨਾਲ ਬੁਲਾਏ ਮੇਰਾ ਵੀਰ। ਉਹ ਹਾਂ, ਉਹ ਗਾਣਾ ਜ਼ਰੂਰ ਸੁਣਾਉਂਦੇ ਹੁੰਦੇ ਸੀ। ਜੇ ਕੋਈ ਮਾੜੀ ਮੋਟੀ ਗੁੱਸਾ ਗਿੱਲਾ ਹੋ ਜਾਂਦਾ, ਫਿਰ ਉਹਨਾਂ ਨੇ ਮੇਰੇ ਕੋਲੇ ਆ ਕੇ ਵੀ ਇਹ ਗਾਣਾ ਜ਼ਰੂਰ ਗਾਉਂਦੇ ਸੀ ਜੀ ਉਹ। ਤੁਹਾਡੀ ਜ਼ਿੰਦਗੀ ਦੇ ਸਾਲ ਬਹੁਤ ਜ਼ਿਆਦਾ ਨੇ ਤੇ ਗੱਲਾਂ ਕਰਨ ਦੇ ਲਈ ਸਾਡੀ ਉਮਰ ਘੱਟ ਹੈ ਇਨਫੈਕਟ, ਹੈ ਨਾ? ਪਰ ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗੀ, ਔਖੇ ਮਾੜੇ ਟਾਈਮ ਦੇ ਵਿੱਚ ਜਦੋਂ ਤੁਰ ਰਹੇ ਸੀ, ਹੈ ਨਾ, ਆਪਣੇ ਨਾਲ ਸੀਗੇ, ਕੁਝ ਰੱਬ ਨੇ ਭੇਜੇ, ਕੁਝ ਜ਼ਰੀਏ ਸੀਗੇ, ਸਾਰੇ ਕਹਿੰਦੇ ਵੀ ਫੱਕਰ ਇਨਸਾਨ ਸੀ, ਜੋ ਕਹਿੰਦੇ ਸੀ ਹੁੰਦਾ ਸੀ, ਬੜੇ ਨੀਤ ਦੇ ਸੱਚੇ ਸੀ, ਹੈ ਨਾ? ਤੁਹਾਨੂੰ ਹਿੰਮਤ ਕਿਹੜੀ ਗੱਲ ਨਾਲ ਆਉਂਦੀ ਆ ਹਮੇਸ਼ਾ ਵੀ, ਜਿੱਥੇ ਹਮੇਸ਼ਾ ਇੱਕ ਵਾਈਫ ਸੋਚਦੀ ਹੈ ਨਾ ਵੀ ਜੇ ਮੇਰਾ ਬੰਦਾ ਹੁੰਦਾ, ਮੇਰਾ ਹਸਬੈਂਡ ਹੁੰਦਾ ਤੇ ਮੈਨੂੰ ਇੱਦਾਂ ਤੁਰਾਂਦਾ, ਉਹ ਕਿਹੜਾ ਇੱਕ ਤੁਹਾਨੂੰ ਹੌਸਲਾ ਦੇ ਕੇ ਗਏ ਨੇ ਜੋ ਹਮੇਸ਼ਾ ਤੁਹਾਨੂੰ ਮੁਸ਼ਕਿਲ ਦੇ ਵਿੱਚ ਵੀ ਅੱਗੇ ਤੁਰਨ ਨੂੰ, ਤੁਹਾਡੇ ਤੁਰਨ ਦੇ ਲਈ ਤੁਹਾਡੀ ਸਟਰੈਂਥ ਬਣਦਾ, ਤੁਹਾਡੀ ਮਜ਼ਬੂਤੀ ਬਣਦਾ? ਹੌਸਲਾ ਤਾਂ ਬਸ ਆਹੀ ਦੇ ਗਏ ਜੀ, ਜਿਹੜਾ ਦੁਨੀਆਦਾਰੀ 'ਤੇ ਇੰਨਾ ਉਹਨਾਂ ਦਾ ਨਾਮ ਬਣਿਆ। ਅੱਜ ਵੀ ਦੇਖੋ ਤੀਜੀ ਪੀੜ੍ਹੀ, ਅੱਜ ਕੱਲ੍ਹ ਜਿਹੜੀ ਤੀਜੀ ਪੀੜ੍ਹੀ ਉਹ ਸੁਣ ਰਹੀ ਹੈ ਜੀ, ਹੈ ਨਾ? ਤਾਂ ਬਸ ਉਸੇ ਕਰਕੇ ਹੀ ਜਿਹੜੇ ਲੋਕ ਅੱਜ ਆਪਦੇ ਨਾਲ ਜੁੜੇ ਆ, ਭੈਣ ਭਰਾ, ਹੈ ਨਾ, ਇੰਨੇ, ਤਾਂ ਉਹੀ ਹੌਸਲਾ ਸਾਨੂੰ ਦੇ ਗਏ ਜੀ। ਅਤੇ ਬਾਕੀ ਜਿਹੜਾ ਉਹਨਾਂ ਦਾ ਵੀ ਉਹ ਸੀਗਾ, ਆਪਾਂ ਐਵੇਂ ਕਹੇ ਜਿਵੇਂ ਉਹ ਕਹਿੰਦੇ ਵੀ ਸਾਦਗੀ ਸੀ ਬੰਦੇ 'ਚ, ਜਾਂ ਉਹ ਸੀਗਾ, ਤਾਂ ਉਹੀ ਬਸ ਗੱਲਾਂ ਪਿਛਲੀਆਂ ਚੇਤੇ ਕਰ ਕਰਕੇ ਉਹਨਾਂ ਯਾਦਾਂ ਨਾਲ ਹੀ ਜੀ ਲਏ ਜੀ ਅੱਜ ਤੱਕ। ਮੈਂ ਤੁਹਾਨੂੰ ਦੇਖ ਕੇ ਸਮਝ ਸਕਦੀ ਹਾਂ ਕਿ ਅੰਦਰ ਉਹ ਤੂਫਾਨ ਕਦੀ ਮੁੱਕ ਨਹੀਂ ਸਕਦਾ, ਲੇਕਿਨ ਫਿਰ ਵੀ ਤੁਹਾਡੇ ਚਿਹਰੇ ਦੀ ਮੁਸਕਾਨ ਤੁਹਾਡੀ ਸਟਰੈਂਥ ਨੂੰ ਸ਼ੋਅ ਕਰ ਰਹੀ ਹੈ, ਔਰ ਮੈਂ ਇਸ ਚੀਜ਼ ਦੇ ਲਈ ਬਹੁਤ, ਮਤਲਬ ਮੈਨੂੰ ਵੀ ਸਿੱਖਣ ਨੂੰ ਮਿਲਿਆ ਹੈ ਕਿ ਮੁਸ਼ਕਿਲਾਂ ਆਉਂਦੀਆਂ ਨੇ, ਲੇਕਿਨ ਹਮੇਸ਼ਾ ਹਿੰਮਤ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਜੀ। ਸੋ ਤੁਸੀਂ ਆਮ ਸ਼ੋਰ ਕਿ ਜੋ ਪੇਨ ਤੁਹਾਡੇ ਅੰਦਰ ਹੈ ਉਹ ਸ਼ਾਇਦ ਮੈਂ ਉਸ ਤਰ੍ਹਾਂ ਮਹਿਸੂਸ ਨਹੀਂ ਕਰ ਸਕਦੀ, ਪਰ ਫਿਰ ਵੀ ਮੈਂ ਚਾਹਾਂਗੀ ਕੋਈ ਇੱਕ ਮਿੱਠੀ ਯਾਦ ਜਿਹੜੀ ਤੁਹਾਡੇ ਚਿਹਰੇ 'ਤੇ ਵੀ ਮੁਸਕਾਨ ਲਿਆਂਦੀ ਹੋਏ, ਮੈਮ, ਤੁਸੀਂ ਸਾਂਝੀ ਕਰਨਾ ਚਾਹੋਗੇ? ਕੁਝ ਵੀ ਨਹੀਂ ਮਿੱਠੇ, ਸਾਰੀਆਂ ਕੌੜੀਆਂ ਹੀ ਆ ਜੀ ਸਾਡੇ ਲਈ ਤਾਂ, ਜਦੋਂ ਚੱਲ ਗਏ ਜੀ। ਲੇਕਿਨ ਜਦੋਂ ਸੀਗੇ ਉਦੋਂ ਕੋਈ ਇਹੋ ਜਿਹੀ ਗੱਲ? ਉਦੋਂ ਬਹੁਤ ਖੁਸ਼ੀਆਂ ਸੀ, ਬਾਹਲੀਆਂ ਖੁਸ਼ੀਆਂ ਸੀ। ਅਸੀਂ ਤਾਂ ਉਹਨਾਂ ਦੀ ਖੁਸ਼ੀ ਨਾਲ ਹੀ ਜਿਉਂਦੇ ਸੀ। ਉੱਧਰ ਅਸੀਂ ਕੋਠੀ 'ਚ ਜਾ ਵੜਨਾ, ਕਹਿੰਦੇ ਭੈਣ ਹਾਂ ਵੀਰ ਜੀ ਘਰੇ ਆ, ਨਹੀਂ ਜੀ ਬਸ ਫਿਰ ਉਹ ਬਾਹਰੋਂ ਹੀ ਮੁੜੇ ਆਉਂਦੇ ਸੀ। ਐਂ ਨਹੀਂ ਸੀ ਵੀ ਜੇ ਭੈਣ ਘਰੇ ਇਕੱਲੀ ਮੈਂ ਘਰੇ ਚਲਾ ਜਾਵਾਂ ਕਿਸੇ ਨੂੰ। ਅੱਛਾ, ਇੰਨੇ ਸਿਆਣੇ ਤੇ ਇੰਨੇ ਸਮਝਦਾਰ ਸੀ, ਐਂ ਨਹੀਂ ਸੀ ਜਾਂਦੇ ਵੀ ਲੋਕ ਕੀ ਕਹਿਣਗੇ, ਵੀ ਬੰਦਾ ਇਕੱਲਾ ਕਿਸੇ ਤੀਵੀਂ ਕੋਲੇ। ਟਾਈਮ ਬਹੁਤ ਮਾੜੇ ਸੀ ਜੀ, ਦੇਖੋ ਟਾਈਮ ਨਾਲ ਬੰਦਾ ਬਦਲ ਜਾਂਦਾ। ਜਦੋਂ ਵੀਰ ਜੀ ਹੋਣੇ ਫਿਰ ਆ ਜਾਣਾ, ਬੈਠ ਜਾਣਾ, ਆਉਂਦੇ ਰਹਿੰਦੇ ਸੀ, ਅਸੀਂ ਵੀ ਆਉਂਦੇ ਜਾਂਦੇ ਰਹਿੰਦੇ ਸੀ, ਨਾਲ ਹੀ ਸੀ, ਨਜ਼ਦੀਕੀ ਘਰ ਜੀ। ਕੋਈ ਇਹੋ ਜਿਹਾ ਆਪਣੀ ਮਤਲਬ ਭੈਣ ਆਪਣੇ ਭਰਾ ਨੂੰ ਕਿਤੇ ਨਾ ਕਿਤੇ ਜ਼ਿੰਦਗੀ ਦਾ ਹੀਰੋ ਵੀ ਮੰਨਦੀ ਹੈ, ਇੱਕ ਪਿਓ ਨੂੰ ਇੱਕ ਭਰਾ ਨੂੰ, ਹੈ ਨਾ? ਕੋਈ ਇਹੋ ਜਿਹਾ ਵਕਤ ਵੀ ਸੀ ਜਦੋਂ ਤੁਸੀਂ ਵੇਖਿਆ ਵੀ ਤੁਸੀਂ ਕਿਹਾ ਵਾਕਈ ਇਹ ਇਨਸਾਨ ਬੜਾ ਹਿੰਮਤੀ ਹੈ, ਇਹ ਇਨਸਾਨ ਦੀ ਇਹਦੀ ਪਿੱਠ ਸੁਣਦੀ ਹੈ ਵੀ ਇਹਦੇ 'ਚ ਕਿੰਨੀ ਹਿੰਮਤ ਹੈ ਕਿ ਜੇ ਇਹ ਆ ਵੀ ਜ਼ਿੰਦਗੀ ਦਾ ਇੱਕ ਫੇਸ ਕੱਢ ਗਿਆ? ਨਹੀਂ ਜੀ, ਫਿਰ ਜ਼ਿੰਦਗੀ ਤਾਂ ਉਹਨਾਂ ਦੀ ਵਧੀਆ ਹੀ ਸੀ ਜੀ, ਬਹੁਤ ਖੁਸ਼ ਰਹਿੰਦੇ ਸੀ, ਖੁਸ਼, ਵੱਡੇ ਦਲੋਰ ਸੀ। ਕੋਈ ਚੀਜ਼ ਦੇ ਹੁਣ ਰੱਖੜੀ ਬੰਨ੍ਹਣ ਜਾਣਾ, ਸਾਰਿਆਂ ਨੂੰ ਬੁਲਾਉਣਾ, ਪਹਿਲਾਂ ਕਹਿਣਾ ਭੈਣ ਨੇ ਬੰਨੂਗੀ ਰੱਖੜੀ, ਫੇਰ ਬਣਾਵਾਂਗੇ ਜੀ। ਬੰਨ੍ਹਦੇ ਨਹੀਂ ਸੀ ਮੇਰੇ ਤੋਂ ਰੱਖੜੀ ਬੰਨ੍ਹਣ ਤੋਂ ਪਹਿਲਾਂ ਜੀ। ਕਿੰਨਾ ਮਨ ਖੁਸ਼ ਹੁੰਦਾ ਉਸ ਵੇਲੇ। ਹਾਂਜੀ, ਵੀ ਆਪਾਂ ਪਹਿਲਾਂ ਭੈਣ ਬੰਨੀਏ, ਰੱਖੜੀ ਬੰਨੇ ਜੀ, ਫਿਰ ਮਤਲਬ ਬਹੁਤ ਭੈਣਾਂ ਆਉਂਦੀਆਂ ਸੀ, ਭਤੀਜੀਆਂ ਵੀ ਆਉਂਦੇ ਸੀ, ਲੋਕ ਆਉਂਦੇ ਸੀ। ਉਸ ਤੋਂ ਪਹਿਲਾਂ ਮੈਂ ਬੰਨ੍ਹਣੀ ਸੀ ਰੱਖੜੀ
ਜੀ ਸੋ ਮੈਨੂੰ ਲੱਗਦਾ ਹੈ ਕਿ ਇਹ ਅਹਿਸਾਸ ਹੀ ਹੁੰਦੇ ਆ ਜਿਹੜੇ ਅਸੀਂ ਇੱਕ ਦੂਜੇ ਨੂੰ ਦਿੰਨੇ ਆ। ਇਨਸਾਨ ਚਲਿਆ ਜਾਂਦਾ ਹੈ ਪਰ ਉਹੀ ਤੁਹਾਡੇ ਵਾਲੀ ਗੱਲ ਹੈ ਕਿ ਇਮੋਸ਼ਨਸ ਅੰਦਰ ਵਸ ਜਾਂਦੇ ਨੇ ਯਾਦਾਂ ਦੇ ਜ਼ਰੀਏ। ਤੁਹਾਡੇ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ। ਜੋ ਵੀ ਗੱਲਬਾਤ ਤੁਸੀਂ ਕੀਤੀ ਉਹਦੇ ਜ਼ਰੀਏ ਅਸੀਂ ਕਿਤੇ ਨਾ ਕਿਤੇ ਮਹਿਸੂਸ ਕਰ ਪਾਏ ਉਹਨਾਂ ਦੀ ਪ੍ਰੈਜ਼ੈਂਸ ਨੂੰ। ਸੋ ਥੈਂਕ ਯੂ ਸੋ ਮਚ। ਪਰਮਾਤਮਾ ਤੁਹਾਨੂੰ ਬਲ ਬਖਸ਼ੇ, ਤੰਦਰੁਸਤੀ ਬਖਸ਼ੇ। ਥੈਂਕ ਯੂ, ਧੰਨਵਾਦ। ਸੋ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਕੁਝ ਗਮ ਭੁਲਾਇਆ ਨਹੀਂ ਉਹ ਭੁੱਲਦੇ ਅਤੇ ਕੁਝ ਯਾਦਾਂ ਮਿਟਾਈਆਂ ਨਹੀਂ ਮਿਟਦੀਆਂ। ਸੋ ਇਹ ਯਾਦਾਂ ਅਤੇ ਇਹ ਗਮ ਉਹੀ ਹੈ ਜੋ ਮੇਜਰ ਰਾਜਸਥਾਨੀ ਜੀ ਦੇ ਜਾਣ ਤੋਂ ਬਾਅਦ ਦਿਲਾਂ ਦੇ ਵਿੱਚ ਵਸਿਆ ਹੋਇਆ, ਉਹਨਾਂ ਦੇ ਆਪਣਿਆਂ ਦੇ ਦਿਲਾਂ ਦੇ ਵਿੱਚ। ਸੋ ਆਮ ਸ਼ੋਰ ਤੁਸੀਂ ਵੀ ਉਹਨਾਂ ਦੇ ਗੀਤਾਂ ਨੂੰ, ਉਹਨਾਂ ਦੇ ਕਲਾ ਨੂੰ ਹਮੇਸ਼ਾ ਪਿਆਰ ਕਰਦੇ ਸੀ ਅਤੇ ਕਰਦੇ ਰਹੋਗੇ। ਇਹ ਖਾਸ ਇੰਟਰਵਿਊ ਅੱਜ ਦੀ ਉਹਨਾਂ ਨੂੰ ਹੀ ਡੈਡੀਕੇਟਿਡ ਸੀ। ਸਾਡੇ ਨਾਲ ਸੀ ਉਹਨਾਂ ਦੀ ਭੈਣ ਐਂਡ ਉਹਨਾਂ ਦੀ ਵਾਈਫ। ਸੋ ਫਿਲਹਾਲ ਦੇ ਲਈ ਦਿਓ ਇਜਾਜ਼ਤ। ਇਸੇ ਤਰ੍ਹਾਂ ਤੁਹਾਨੂੰ ਹੋਰ ਸ਼ਖਸੀਅਤਾਂ ਦੇ ਨਾਲ ਰੂਬਰੂ ਕਰਵਾਉਂਦੇ ਰਵਾਂਗੇ। ਫਿਲਹਾਲ ਦੇ ਲਈ ਆਪਣਾ ਅਤੇ ਆਪਣਿਆਂ ਦਾ ਰੱਖੋ ਖਿਆਲ। ਸਤਿ ਸ਼੍ਰੀ ਅਕਾਲ।